ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਚੀਨ ਦੀ ਦਾਦਾਗਿਰੀ ਹਮੇਸ਼ਾ ਚੱਲਦੀ ਆ ਰਹੀ ਹੈ ਔਰ ਅੱਜ ਵੀ ਚੱਲਦੀ ਪਈ ਹੈ। ਦਕਸ਼ਣ ਚੀਨ ਸਾਗਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਦਾਦਾਗਿਰੀ ਆਪਣੀ ਚਲਾਉਂਦਾ ਹੈ ਤੇ ਅਮਰੀਕਾ ਇਸ ਗੱਲ ਨੂੰ ਨਜਿੱਠਣਾ ਚਾਹੁੰਦਾ ਹੈ। ਬੇਸ਼ੱਕ ਅਮਰੀਕਾ ਆਪਣੀ ਤਕਨੀਕ ਕਰਕੇ ਜਾਣਿਆ ਜਾਂਦਾ ਹੈ ਔਰ ਤਕਨੀਕ ਨੂੰ ਹੋਰ ਡਿਵੈਲਪ ਕਰ ਰਿਹਾ ਹੈ, ਪਰ ਉਧਰੋਂ ਖਤਰਾ ਇਹ ਵੀ ਹੈ ਕਿ ਚੀਨ ਦੀ ਆਰਮੀ ਗਿਣਤੀ 'ਚ ਬਹੁਤ ਜ਼ਿਆਦਾ ਹੈ। ਤਾਂ ਅਮਰੀਕਾ ਵੱਲੋਂ ਇਹ ਸਟੇਟਮੈਂਟ ਹੈ ਕਿ ਬੇਸ਼ੱਕ ਚੀਨ ਦੀ ਆਰਮੀ ਗਿਣਤੀ ਵਿੱਚ ਜ਼ਿਆਦਾ ਹੈ, ਪਰ ਅਸੀਂ ਮਕੈਨੀਕਲ ਆਪਣੇ ਆਪ ਚੱਲਣ ਵਾਲੇ ਰੋਬੋਟਸ ਡਰੋਨਸ ਬਣਾਵਾਂਗੇ ਅਗਲੇ 2 ਸਾਲ ਤੱਕ ਔਰ ਚੀਨ ਦੀ ਆਰਮੀ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਅਸੀਂ ਤਿਆਰ ਹੋ ਰਹੇ ਹਾਂ। ਔਰ ਇਸ ਤਰ੍ਹਾਂ ਚੀਨ ਤੋਂ ਜੋ ਖਤਰਾ ਬਣਦਾ ਪਿਆ ਅਮਰੀਕਾ ਨੂੰ, ਉਸ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਤਾਂ ਵਿਵੇਕ ਰਾਮਾਸਵਾਮੀ ਜੋ ਦੌੜ ਵਿੱਚ ਸ਼ਾਮਿਲ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਦੀ, ਉਹਨਾਂ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਅਮਰੀਕਾ ਨੂੰ ਚਾਹੀਦਾ ਕਿ ਚੀਨ ਨੂੰ ਘੇਰਨ ਵਾਸਤੇ ਭਾਰਤ ਦੇ ਨਾਲ ਦੋਸਤੀ ਕਰੇ, ਕਿਉਂਕਿ ਭਾਰਤ ਦੀ ਤਕਨੀਕ ਔਰ ਭਾਰਤ ਦਾ ਪੁਰਾਣਾ ਤਜਰਬਾ ਜੋ ਚੀਨ ਦੇ ਨਾਲ ਨਜਿੱਠਣ ਦਾ ਭਾਰਤ ਨੂੰ ਹੈ, ਉਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਮਰੀਕਾ ਵੱਲੋਂ ਚੀਨ ਦੇ ਨਾਲ ਨਜਿੱਠਣ ਵਾਸਤੇ, ਤੇ ਉਸੇ ਤਰ੍ਹਾਂ ਹੀ ਫੋਰਨ ਪਾਲਿਸੀ ਨੂੰ ਵੀ ਡਿਜ਼ਾਈਨ ਕੀਤਾ ਜਾ ਸਕਦਾ ਹੈ। ਸੋ ਇਹ ਸਟੇਟਮੈਂਟ ਵੀ ਕਾਫੀ ਜ਼ਿਆਦਾ ਚਰਚਾ ਵਿੱਚ ਹੈ। ਤੇ ਉਧਰੋਂ ਅਮਰੀਕਾ ਦੀ ਜੋ ਖੁਫੀਆ ਏਜੰਸੀ ਹੈ, ਉਹਨੇ ਇਹ ਸੂਚਨਾ ਦਿੱਤੀ ਹੈ ਕਿ ਰਸ਼ੀਆ ਉੱਤਰ ਕੋਰੀਆ ਦੇ ਨਾਲ ਗੱਲਬਾਤ ਕਰਦਾ ਪਿਆ ਕਿ ਯੂਕਰੇਨ ਦੇ ਨਾਲ ਜੋ ਰਸ਼ੀਆ ਦਾ ਯੁੱਧ ਚੱਲਦਾ ਪਿਆ, ਉਹਦੇ ਵਾਸਤੇ ਉੱਤਰ ਕੋਰੀਆ ਰਸ਼ੀਆ ਨੂੰ ਹਥਿਆਰ ਸਪਲਾਈ ਕਰੇ। ਔਰ ਇੱਧਰ UNO ਵੱਲੋਂ ਇਹ ਸਟੇਟਮੈਂਟ ਆਈ ਹੈ ਕਿ ਇਸ ਤਰ੍ਹਾਂ ਜੇ ਹਥਿਆਰ ਸਪਲਾਈ ਹੋਣਗੇ, ਇਸ ਤਰ੍ਹਾਂ ਜੇ ਰਸਾਇਣਿਕ ਹਥਿਆਰਾਂ ਦਾ ਖਤਰਾ ਬਣਾ ਰਹੇਗਾ, ਤਾਂ ਦੁਨੀਆ ਦੀ ਸ਼ਾਂਤੀ ਨੂੰ ਵੀ ਖਤਰਾ ਹੈ, ਦੁਨੀਆ ਦੀ ਹੋਂਦ ਨੂੰ ਵੀ ਖਤਰਾ ਹੈ, ਕਿਉਂਕਿ 13,000 ਤੋਂ ਜ਼ਿਆਦਾ ਕਿਸਮ ਦੇ ਐਟੋਮਿਕ ਬੰਬਸ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਵੱਖ-ਵੱਖ ਦੇਸ਼ਾਂ ਕੋਲ ਤਿਆਰ ਪਏ ਨੇ ਇਸਤੇਮਾਲ ਹੋਣ ਵਾਸਤੇ। ਇਸ ਕਰਕੇ ਇਹ ਬਹੁਤ ਵੱਡਾ ਖਤਰਾ ਹੈ। ਅਮਰੀਕਾ ਆਪਣੇ ਵੱਲੋਂ ਇਹ ਸਟੇਟਮੈਂਟ ਦੇ ਚੁੱਕਾ ਕਿ ਅਸੀਂ ਆਪਣੇ ਸਾਰੇ ਰਸਾਇਣਿਕ ਹਥਿਆਰ ਖਤਮ ਕਰ ਚੁੱਕੇ ਹਾਂ ਔਰ ਆਖਰੀ ਜ਼ਖੀਰਾ ਵੀ ਅਸੀਂ ਖਤਮ ਕਰ ਦਿੱਤਾ ਹੈ। ਅਸੀਂ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਚਾਹੁੰਦੇ ਹਾਂ ਤੇ ਸਾਡੇ ਹੀ ਨਕਸ਼ੇ ਕਦਮ ਤੇ ਤੁਰਦੇ ਹੋਏ ਬਾਕੀ ਦੁਨੀਆ ਦੇ ਦੇਸ਼ਾਂ ਨੂੰ ਵੀ ਆਪਣੇ ਸਾਰੇ ਐਟੋਮਿਕ ਹਥਿਆਰ ਖਤਮ ਕਰ ਦੇਣੇ ਚਾਹੀਦੇ ਨੇ, ਕਿਉਂਕਿ ਜਿਸ ਦੇ ਨਾਲ ਦੁਨੀਆ ਦੀ ਹੋਂਦ ਨੂੰ, ਇਨਸਾਨ ਦੀ ਹੋਂਦ ਨੂੰ ਤੇ ਪੂਰੇ ਜੀਵਨ ਦੀ ਹੋਂਦ ਨੂੰ ਖਤਰਾ ਹੋਵੇ, ਉਹ ਕੰਮ ਨਹੀਂ ਕਰਨੇ ਚਾਹੀਦੇ। ਤੇ ਐਲਬਰਟ ਆਇਨਸਟਾਈਨ ਨੇ ਤਾਂ ਬਹੁਤ ਪਹਿਲਾਂ ਹੀ ਕਿਹਾ ਸੀ ਕਿ ਸਾਇੰਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਯੁੱਧ ਦਾ ਸਮਾਨ ਤਿਆਰ ਕਰਨ ਦੇ ਵਿੱਚ, ਕਿਉਂਕਿ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ ਪੂਰੀ ਮਾਨਵਤਾ ਵਾਸਤੇ। ਤੇ ਦੂਜੇ ਪਾਸੇ ਜੋ ਰੀਜ਼ਨਸ ਬਣੇ ਹੋਏ ਨੇ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਅਮਰੀਕਾ ਦੇ ਵਿੱਚ, ਉੱਥੇ ਡੋਨਲਡ ਟਰੰਪ ਸਾਹਿਬ ਜਾਰਜੀਆ ਦੇ ਵਿੱਚ ਕੋਰਟ ਦੇ ਵਿੱਚ ਆਉਂਦੇ ਨੇ ਤੇ ਕਹਿੰਦੇ ਨੇ ਕਿ ਮੈਂ ਦੋਸ਼ ਨਹੀਂ ਪੜਾਂਗਾ ਕਿਉਂਕਿ ਮੈਂ ਨਿਰਦੋਸ਼ ਹਾਂ ਔਰ ਇਹ ਸਾਰੇ ਦੋਸ਼ ਵਾਪਸ ਲਿੱਤੇ ਜਾਣ, ਕਿਉਂਕਿ ਇਹ ਪੋਲੀਟੀਕਲ ਪ੍ਰੋਪੇਗੈਂਡਾ ਹੈ। 2020 ਦੇ ਵਿੱਚ ਮੈਂ ਚੋਣਾਂ ਨੂੰ ਪਲਟਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਇਸ ਕਰਕੇ ਇਹਨਾਂ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ। ਬਾਈਡਨ ਸਾਹਿਬ ਇਹਨਾਂ ਦੋਸ਼ਾਂ ਦੇ ਵਿੱਚ ਕਿੱਦਾਂ ਫਸੇ ਹੋਏ ਨੇ ਕਿ ਜੋ ਉਹਨਾਂ ਦਾ ਬੇਟਾ ਹੰਟਰ ਬਾਈਡਨ ਹੈ, ਉਹਦੇ ਉੱਤੇ ਜੋ ਦੋਸ਼ ਨੇ, ਉਹਨਾਂ ਦੀ ਸਾਖ ਦੇ ਉੱਤੇ ਵੀ ਕਿਤੇ ਨਾ ਕਿਤੇ ਸੱਟ ਵੱਜਦੀ ਪਈ ਹੈ। ਇਸ ਕਰਕੇ ਅਮਰੀਕਾ ਦੀ ਜਨਤਾ ਇਹ ਸੋਚ ਰਹੀ ਹੈ ਕਿ ਸ਼ਾਇਦ ਕੋਈ ਤੀਸਰਾ ਚਿਹਰਾ ਹੋਏਗਾ ਜੋ ਬਣੇਗਾ ਅਗਲਾ ਪ੍ਰੈਜ਼ੀਡੈਂਟ ਆਫ ਅਮਰੀਕਾ। ਸੋ ਹੁਣ ਆਪਾਂ ਚੱਲਦੇ ਹਾਂ ਆਪਣੇ ਭਾਰਤ ਦੇ ਮੁੱਦਿਆਂ ਦੇ ਵੱਲ, ਆਪਣੇ ਪੰਜਾਬ ਦੇ ਮੁੱਦਿਆਂ ਦੇ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਆ ਅਮਰੀਕਾ ਦੀ ਰੋਬੋਟ ਸਪੈਸ਼ਲ ਆਰਮੀ ਦੀ, ਔਰ ਉਹਦੇ ਵੈਪਨ ਜਿਹੜੇ ਆ ਵੀ ਰੋਬੋਟ ਦੇ ਨਾਲ ਹੀ ਚੱਲਣਗੇ, ਕਿਉਂਕਿ ਤੁਸੀਂ ਦੱਸਿਆ ਕਿ ਰਸਾਇਣਕ ਜਿਹੜੇ ਉਹਨਾਂ ਦੇ ਵੈਪਨ ਸੀ ਉਹ ਕਾਫੀ ਉਹਨਾਂ ਨੇ ਵਰਤੇ ਵੀ ਆ। ਹੁਣ ਜਿਹੜੀ ਸਪੈਸ਼ਲ ਫੋਰਸ ਬਣ ਰਹੀ ਹੈ, ਇਹ ਬਿਆਨ ਦਿੱਤਾ ਡਿਫੈਂਸ ਮਿਨਿਸਟਰ ਅਮਰੀਕਾ ਨੇ ਜੀ। ਔਰ ਇਹਦੇ ਵਿੱਚ ਇਹਨਾਂ ਨੇ ਜਿਹੜੀ ਉਹਨਾਂ ਦੀ ਅਮਰੀਕਾ ਨੇ ਜੋ ਬਿਆਨ ਦਿੱਤਾ, ਇਹਦੇ ਨਾਲ ਮੰਨ ਲਓ ਪੰਜਾਬੀ 'ਚ ਕਿ ਸ਼ਾਮਤ ਆ ਗਈ ਚੀਨ ਦੀ। ਔਰ ਚਾਈਨਾ ਨੇ ਜਿਹੜਾ ਹੁਣ ਆਪਣਾ ਮੈਪ ਜਾਰੀ ਕੀਤਾ ਸੀਗਾ, ਉਹਦੇ ਵਿੱਚ ਜਿਹੜਾ ਉਹਨੇ ਸਾਰਾ ਏਰੀਆ ਪਹਿਲੋਂ ਬਾੜ ਦੇ ਵਿੱਚ ਸੀਗਾ, ਉਹਨੇ ਅਖਤਿਆਰ ਆਪਣਾ ਜਮਾ ਲਿਆ ਉਹਦੇ 'ਤੇ। ਔਰ ਜਿਹੜਾ ਵੀ ਉਹਦੇ ਨਾਲ ਲੱਗਦਾ 200 ਕਿਲੋਮੀਟਰ ਦਾ 2000 ਕਿਲੋਮੀਟਰ ਦਾ ਜਿਹੜਾ ਏਰੀਆ ਉਹਨੇ ਆਕੂਪਾਈਡ ਕੀਤਾ ਔਰ ਉਹ ਮੈਪ ਦੇ ਵਿੱਚ ਦਰਸਾਤਾ ਭਾਰਤ ਦੇ ਮੈਪ ਦੇ ਵਿੱਚ। ਉਹਨੇ ਕਿਹਾ ਮੇਰਾ ਕਬਜ਼ਾ ਇਹਦੇ ਵਿੱਚ। ਔਰ ਅਰੁਣਾਚਲ ਪ੍ਰਦੇਸ਼ ਤੇ ਖਾਸ ਕਰਕੇ ਉੱਤੇ ਪਿਨ ਪੁਆਇੰਟ ਕੀਤਾ, ਮਾਰਕ ਕਰ ਦਿੱਤਾ ਉਹਦੇ 'ਤੇ ਜਿਹੜਾ ਇਹਨਾਂ ਦਾ ਜੈਲੋ ਮੈਪ ਹੈਗਾ ਨਾ ਕਲਰ, ਉਹਦੇ 'ਤੇ ਇਹਨੂੰ ਲੈ ਲਿਆ ਕਿ ਸਾਡਾ ਏਰੀਆ। ਔਰ ਦੋ ਚੀਜ਼ਾਂ ਆਪਸੀ ਜਿਹੜੀਆਂ ਮੇਲ ਖਾਂਦੀਆਂ ਇੰਡੀਆ ਨਾਲ, ਇੱਕ ਤਾਂ ਚਾਈਨਾ ਮਗਰ ਪਿਆ ਇੰਡੀਆ ਤੇ ਉਹਦੇ ਨਾਲ ਟਕਰਾ ਅਮਰੀਕਾ ਦਾ ਵੀ ਹੈ। ਦੂਜਾ ਤੁਸੀਂ ਹੁਣੇ ਗੱਲ ਕੀਤੀ ਟਰੰਪ ਸਾਹਿਬ ਦੀ, ਟਰੰਪ ਉੱਧਰੋਂ ਦੋਸ਼ਾਂ ਨਾਲ ਘਿਰਿਆ ਪਿਆ
ਰੋਜ਼ ਦਿਹਾੜੀ ਕੋਰਟ ਦੇ ਵਿੱਚ ਜਾਣਾ ਪੈਂਦਾ। ਇਹੀ ਹਾਲ ਰਾਹੁਲ ਗਾਂਧੀ ਦਾ ਰਿਹਾ। ਜੀ। ਇਹ ਸੇਮ ਜਿਹੜੇ ਆ ਸਿਮਿਲੈਰਿਟੀ ਹੈ ਇਹਨਾਂ ਕੇਸਾਂ ਦੇ ਵਿੱਚ। ਇੱਧਰ ਇਹਨੂੰ ਰੋਕਿਆ ਪਿਆ ਸਿਆਸਤ ਨੇ, ਉੱਧਰ ਜਿਹੜਾ ਬਾਈਡਨ ਸਰਕਾਰ ਨੇ ਉਹਦੇ ਤੇ ਦੋਸ਼ ਮੜਿਆ ਜਾ ਰਿਹਾ ਔਰ ਉਹ ਗ੍ਰਿਫਤਾਰ ਵੀ ਰਹੇ ਆ, ਉਹ ਫਿਰ ਜ਼ਮਾਨਤ 'ਤੇ ਰਿਹਾ ਹੋਏ ਆ। ਔਰ ਇਹ ਜਿਹੜੇ ਮਾਮਲੇ ਆ ਚਾਈਨਾ ਦੇ ਆ ਔਰ ਜਿਹੜੇ ਸਾਡੇ ਅਗੇਂਸਟ ਚੱਲ ਰਹੀ ਉਹਦੀ ਰਣਨੀਤੀ, ਉਹਨੂੰ ਰੋਕਣ ਲਈ ਅਮਰੀਕਾ ਨੇ ਵੀ ਬਹੁਤ ਕੁਝ ਸਾਂਝ ਪਿਆਲੀ ਪਾਈ ਸਾਡੇ ਨਾਲ। ਹੁਣ ਜਿਹੜਾ ਉਹਨਾਂ ਨੇ ਇਹ ਦਹਿਸ਼ਤ ਭਰਿਆ ਸੰਦੇਸ਼ ਦੇ ਦਿੱਤਾ ਕਿ ਤੁਹਾਡੇ ਲਈ ਅਸੀਂ ਵੈਪਨ ਤਿਆਰ ਕਰ ਲਿਆ, ਜੰਗੀ ਬੇੜੇ ਵੀ ਆ, ਰੋਬੋਟ ਦੇ ਆਰਮੀ ਵੀ ਆ, ਖਾਸ ਆਰਮੀ ਸਪੈਸ਼ਲ ਬਣਾਤੇ ਆ, ਵੈਪਨ ਵੀ ਆ। ਔਰ ਇਹਦੇ ਨਾਲ ਮੇਰਾ ਖਿਆਲ ਆ ਉਹਦੀ ਨੀਂਦ ਹਰਾਮ ਹੋਊਗੀ ਚਾਈਨਾ ਦੀ, ਕਿਉਂਕਿ ਅਮਰੀਕਾ ਦਾ ਕਿਹਾ ਜਿਹੜਾ ਗੱਲ ਹੈਗਾ ਉਹ ਜਿਹੜਾ ਉਹਨੂੰ ਮੰਨਣਾ ਪਊਗਾ ਔਰ ਜੇ ਨਹੀਂ ਮੰਨੂਗਾ ਤਾਂ ਫਿਰ ਉੱਤੇ ਅਟੈਕ ਹੋਊਗਾ, ਜਿੱਦਾਂ ਯੂਕਰੇਨ ਤੇ ਰਸ਼ੀਆ ਦਾ ਹੋ ਰਿਹਾ, ਜਿੱਦਾਂ ਉੱਤਰ ਕੋਰੀਆ ਹੁਣ ਉਹਦੇ ਨਾਲ ਮਿਲਾਪ ਕਰ ਰਿਹਾ। ਇਸ ਤਰ੍ਹਾਂ ਦੀ ਇੱਕ ਜਿਹੜੀ ਗੱਲ ਬਣਦੀ ਆ, ਮੇਰਾ ਖਿਆਲ ਹੈ ਜੇ ਕਿਤੇ ਗੱਲ ਉਲਟ ਹੋ ਗਈ ਤਾਂ ਵਰਲਡ ਵਾਰ ਵਾਲੇ ਪਾਸੇ ਆ ਜੂ, ਥਰਡ ਵਰਲਡ ਵਾਰ ਵਾਲੇ ਪਾਸੇ ਆ ਸਕਦੀ ਜੇ ਚਾਈਨਾ ਦੀ ਗੱਲ ਉਹਨੇ ਨਾ ਮੰਨੀ, ਕਿਉਂਕਿ ਉਹਨੇ ਅੱਗੇ ਉਹਨਾਂ ਦੇ ਗੁਬਾਰੇ ਫੜਿਆ। ਵੈਦਰ ਦੀ ਉਹਨੇ ਬਹਾਨਾ ਲਾਇਆ ਸੀਗਾ ਕਿ ਵੈਦਰ ਕਰ ਰਹੇ ਆ, ਮੈਟਰੋਲੋਜੀਕਲ ਡਿਪਾਰਟਮੈਂਟ ਦੇ ਆ, ਇਹ ਸਾਡੇ ਨਹੀਂ ਹੈਗੇ, ਇਹ ਅਸੀਂ ਜਿਹੜੇ ਭੇਜੇ ਗੁਬਾਰੇ ਔਰ ਕਈ ਕੁਛ ਇਨਫੋਰਮੇਸ਼ਨ ਲਈ। ਔਰ ਹੁਣ ਮੈਨੂੰ ਲੱਗਦਾ ਕਿਤੇ ਕਿਤੇ ਹੋਇਆ ਕਿ ਇਹਨਾਂ ਨੂੰ ਫਿਜ਼ੀਕਲ ਬੀਟ ਹੋਏਗੀ, ਇਹਨਾਂ ਦੀ ਜਿਹੜੀ ਮਾਰਕੁੱਟ ਹੋਊਗੀ ਔਰ ਇਹ ਤਦ ਇਹਨੂੰ ਚਾਨਣ ਹੋਊਗਾ, ਤਦ ਇਹਨੂੰ ਪਤਾ ਲੱਗੂਗਾ। ਔਰ ਤੁਸੀਂ ਜਿੱਦਾਂ ਦੱਸਿਆ ਕਿ ਭਾਰਤ ਨਾਲ ਤਾਂ ਦੀ ਰਹੀ ਹੈ ਜਿਹੜੀ ਦੁਸ਼ਮਣੀ, ਉਹਦਾ ਅਸੀਂ ਬਾੜ ਦੇ ਵਿੱਚ ਨੂੰ ਸਾਰਾ ਕੁਝ ਨਜ਼ਾਰਾ ਦੇ ਦਿੱਤਾ ਸੀਗਾ। ਹੁਣ ਜੇ ਇਹਨੇ ਸਿਰ ਚੁੱਕਿਆ ਤਾਂ ਫਿਰ ਇਹਦਾ ਉਹੀ ਹਾਲ ਹੋਊਗਾ ਜੋ ਬਾੜ ਦੇ ਵਿੱਚ ਹੋਇਆ। ਔਰ ਉਦੋਂ ਬਾਅਦ ਵੀ, ਉਦੋਂ ਪਹਿਲਾਂ ਵੀ ਸਾਡੀ ਫੌਜ ਨੇ ਬੜੇ ਮਾਰਿਆ ਉਹਨਾਂ ਨੂੰ, ਵੀਡੀਓ ਜ਼ਾਹਰ ਹੋਈ ਆ, ਉਹਦੇ 'ਤੇ ਰੋਂਦੇ ਭੱਜੇ ਚਾਈਨਾ ਦੇ ਸਾਡੇ ਮੁੰਡੇ ਜਵਾਨ, ਜਿਹੜੇ ਫੌਜ ਦੇ ਜਵਾਨ ਨੇ ਉੱਥੇ 6-6 ਫੁੱਟ 6.5 ਫੁੱਟ ਜਵਾਨ। ਔਰ ਉਹਨਾਂ ਤੋਂ ਤਾਂ ਵੈਸੇ ਡਰ ਹੁੰਦਾ, ਉਹ ਤਾਂ ਕਾਸ਼ 'ਚ ਲੈ ਕੇ ਵੀ ਭੱਜ ਸਕਦੇ ਚਾਈਨਾ ਨੂੰ, ਚਾਈਨਾ ਦੇ ਫੌਜੀਆਂ ਨੂੰ। ਜਵਾਨ ਮੁੰਡੇ ਉੱਥੇ ਲਾਏ ਆ, ਸਪੈਸ਼ਲ ਫੋਰਸ ਲਾਈ ਆ। ਔਰ ਇਹ ਗੱਲ ਬੜੀ ਵੱਡੀ ਗੱਲ ਹੈ ਔਰ ਪੂਰੇ ਵਿਸ਼ਵ ਵਿੱਚ ਇਹ ਗੱਲ ਦਾ ਜਿਹੜਾ ਚਰਚਾ ਛਿੜ ਗਈ। ਬਿਲਕੁਲ ਚਰਚਾ ਛਿੜ ਗਈ ਹੈ ਜੀ। ਤੇ ਡੋਨਲਡ ਟਰੰਪ ਨੇ ਵੀ ਇਲਜ਼ਾਮ ਲਗਾਏ ਨੇ ਜੋ ਬਾਈਡਨ ਤੇ ਕਿ ਉਹ ਮਾਨਸਿਕ ਤਬਾਹੀ ਨੇ ਤੇ ਉਹ ਅਮਰੀਕਾ ਨੂੰ ਤੀਸਰੇ ਵਿਸ਼ਵ ਯੁੱਧ ਵੱਲ ਲੈ ਕੇ ਜਾ ਸਕਦੇ ਨੇ। ਬਿਲਕੁਲ। ਔਰ ਤੀਸਰੇ ਵਿਸ਼ਵ ਯੁੱਧ ਦੇ ਵਿੱਚ ਅਮਰੀਕਾ ਤਬਾਹ ਹੋ ਸਕਦਾ ਹੈ। ਇਹ ਡੋਨਲਡ ਟਰੰਪ ਨੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਕਿਹਾ। ਸੋ ਜੇ ਤੀਸਰਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਹ ਪਹਿਲਾਂ ਹੀ ਕਿਹਾ ਸੀਗਾ ਐਲਬਰਟ ਆਇਨਸਟਾਈਨ ਨੇ, ਤੇ ਉਸ ਤੋਂ ਬਾਅਦ ਜੇ ਚੌਥਾ ਵਿਸ਼ਵ ਯੁੱਧ ਹੋਏਗਾ ਤੇ ਉਹ ਡਾਂਗਾਂ ਸੋਟਿਆਂ ਤੇ ਪੱਥਰਾਂ ਨਾਲ ਹੋਏਗਾ, ਕਿਉਂਕਿ ਇੰਨੀ ਤਬਾਹੀ ਹੋ ਜਾਏਗੀ। ਸੋ ਇੱਧਰ ਰੋਬੋਟਸ ਬਣਾਉਣ ਲੱਗਾ ਹੈ ਆਟੋਮੈਟਿਕ ਅਮਰੀਕਾ, ਜੋ ਆਪਣੀ ਆਰਮੀ ਖੜਾ ਕਰ ਰਿਹਾ ਹੈ ਚੀਨ ਦੇ ਯੁੱਧ ਦੇ ਲਈ, ਤੇ ਨਾਲ ਡਰੋਨਸ ਬਣਾ ਰਿਹਾ ਹੈ ਆਟੋਮੈਟਿਕ। ਅਗਲੇ 2 ਸਾਲ ਦੀ ਇਹ ਸਾਰੀ ਪ੍ਰੋਜੈਕਟ ਦੀ ਪਲਾਨ ਹੈ। ਸੋ ਇਹ ਦੇਖਿਆ ਜਾਵੇ ਤੇ ਚਾਰੋਂ ਪਾਸੇ ਖਤਰਾ ਹੀ ਬਣਿਆ ਹੋਇਆ ਹੈ। ਇੱਕ ਪਾਸੇ ਇਕਨੋਮਿਕ ਵਾਰ ਚੱਲਦੀ ਪਈ ਹੈ, ਇੱਕ ਪਾਸੇ ਵੈਪਨਸ ਦੀ ਵਾਰ ਚੱਲਦੀ ਪਈ ਹੈ। ਸੋ ਮਾਨਵਤਾ ਦੀ ਹੋਂਦ ਨੂੰ ਖਤਰੇ ਵਾਲੀ ਗੱਲ ਹੈ। ਔਰ ਕੁਝ ਕਹਿੰਦੇ ਨੇ ਕਿ ਅਸੀਂ ਜੋ ਨੈਚੁਰਲ ਐਨਵਾਇਰਨਮੈਂਟ ਦਾ ਘਾਣ ਕੀਤਾ ਹੈ, ਨੇਚਰ ਨੂੰ ਐਕਸਪਲੋਇਟ ਕੀਤਾ ਥਾਂ ਥਾਂ ਦੇ ਉੱਤੇ, ਪਰਿਆਵਰਣ ਦਾ ਬੁਰਾ ਹਾਲ ਕੀਤਾ ਤੇ ਸ਼ਾਇਦ 50 ਤੋਂ 60 ਸਾਲ ਹੀ ਲਾਈਫ ਬਚੀ ਹੈ ਧਰਤੀ ਦੇ ਉੱਤੇ। ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ, ਇੱਥੇ ਤੱਕ ਅਸੀਂ ਗੁਨਾਹ ਕਰ ਚੁੱਕੇ ਹਾਂ। ਸੋ ਅੱਗੇ ਵਧੀਏ, ਕਿਉਂਕਿ ਜ਼ਿੰਦਗੀ ਕੋਈ ਨਾ ਕੋਈ ਰਸਤਾ ਤੇ ਲੱਭ ਲੈਂਦੀ ਹੈ, ਨੇਚਰ ਕੋਈ ਨਾ ਕੋਈ ਰਸਤਾ ਤੇ ਲੱਭ ਲੈਂਦੀ ਹੈ। ਇਹ ਤੇ ਅੰਦਾਜ਼ੇ ਨੇ, ਸਾਇੰਟਿਸਟ ਦੇ ਅੰਦਾਜ਼ੇ ਨੇ, ਪੋਲੀਟੀਕਲ ਪੰਡਿਤਸ ਦੇ ਅੰਦਾਜ਼ੇ ਨੇ, ਪਰ ਨੇਚਰ ਆਪਣੀ ਜ਼ਿੰਦਗੀ ਦਾ ਰਾਹ ਲੱਭ ਲੈਂਦੀ ਆ। ਸੋ ਰਾਹ ਲੱਭਣ ਵਾਸਤੇ ਸਾਡੇ ਇੱਥੋਂ ਦੇ ਭਾਰਤ ਦੇ ਇੰਜੀਨੀਅਰਸ ਜਿਹੜੇ ਨੇ ਉਹ ਕੈਨੇਡਾ ਵੀ ਜਾਂਦੇ ਨੇ ਨੌਕਰੀਆਂ ਵਾਸਤੇ। ਤੇ ਇੱਕ ਰਿਪੋਰਟ ਦੇ ਮੁਤਾਬਿਕ 2022-2023 ਦੇ ਵਿੱਚ 15,000 ਇੰਜੀਨੀਅਰ ਭਾਰਤ ਦੇ ਨੌਕਰੀ ਲਈ ਕੈਨੇਡਾ ਗਏ ਨੇ। ਹਾਂ, ਜੌਬ ਤਲਾਸ਼ਣ ਲਈ ਬੰਦਾ ਕਈ ਜਗ੍ਹਾ ਤੇ ਨੁਕਰਾਂ ਫੋਲਦਾ। ਔਰ ਜਿਹੜੇ ਡਿਗਰੀ ਯਾਫਤਾ ਨੇ, ਜਿਹੜੇ ਪੜ੍ਹੇ ਲਿਖੇ ਨੇ, ਸੂਝਵਾਨ ਨੇ, ਜਿਹੜੇ ਟੈਕਨੀਕਲ ਅਪਰੋਚ ਦੇ ਜਿਹੜੇ ਇੱਥੋਂ ਦੇ ਸਟੂਡੈਂਟ ਨੇ, ਜਿਹੜੀ ਡਿਗਰੀਆਂ ਹਾਸਲ ਕਰਕੇ ਇੱਧਰ ਉੱਧਰ ਘੁੰਮਦੇ ਰਹੇ, ਬੇਰੁਜ਼ਗਾਰੀ ਨੇ ਔਰ ਉਹਨਾਂ ਨੂੰ ਪ੍ਰੋਪਰ ਜਿਹੜੀ ਆ ਜੌਬ ਨੇ, ਉਹਨਾਂ ਨੂੰ ਕੈਨੇਡਾ ਜਾਣ ਲਈ ਮਜਬੂਰ ਕੀਤਾ। ਔਰ ਇਹ ਅਪ੍ਰੈਲ 2022 ਤੋਂ ਲੈ ਕੇ 2023 ਮਾਰਚ ਤੱਕ ਦਾ ਏਰੀਆ ਟਾਈਮ ਹੈ ਜਿਹੜਾ 1 ਸਾਲ ਦਾ, ਇਹਦੇ ਵਿੱਚ 15,000 ਦੇ ਕਰੀਬ ਜਿਹੜੇ ਇੰਜੀਨੀਅਰ ਇੱਥੋਂ ਪ੍ਰਵਾਸ ਕਰਕੇ ਅਮਰੀਕਾ ਚਲੇ ਗਏ ਆ, ਜਿਹੜਾ ਮਿਸੀਸਾਗਾ ਔਰ ਉਹਦੇ ਨਾਲ ਕੁਝ ਹੋਰ ਸਟੇਟਸ ਨੇ, ਜੋਹਾਨਸਬਰਗ ਜਿਹੜੇ, ਬਾਕੀ ਓਟਾਵਾ, ਹੋਰ ਬਾਕੀ ਜਿਹੜੇ ਸਟੇਟਸ ਨੇ, ਉਹਨਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਜੌਬ ਹਾਸਲ ਹੋ ਗਈ ਔਰ ਬੜੀ ਹੈਂਡਸਮ ਸੈਲਰੀ ਨਾਲ ਮਿਲ ਗਿਆ ਉੱਥੇ। ਔਰ ਰਹਿਣ ਸਹਿਣ ਵੀ ਉਹਨਾਂ ਨੂੰ ਦਿੱਤਾ, ਉਹਨਾਂ ਨੇ ਉਹਨਾਂ ਨੂੰ ਅਕੋਮੋਡੇਸ਼ਨ ਵੀ ਪ੍ਰੋਵਾਈਡ ਕੀਤੀ, ਆਉਣ ਜਾਣ ਦੇ ਜਿਹੜੇ ਕਿਰਾਏ ਦਿੱਤੇ ਉਹਨਾਂ ਦੀ ਫੈਮਿਲੀ ਨਾਲ। ਉਹਨਾਂ ਦੀ ਫੈਮਿਲੀ ਸਾਰੀ ਉੱਥੇ ਸੈਟਲਡ ਹੋਈ ਹੈ ਔਰ ਉਹ ਵੀਜ਼ੇ ਉਹਨਾਂ ਨੂੰ ਦਿੱਤੇ ਆ ਫਾਰਐਵਰ ਦੇ, ਔਰ ਉੱਥੇ ਰਹਿਣਗੇ। ਔਰ ਇਹਦੇ ਨਾਲ ਲੱਗਦਾ ਜਿਹੜਾ ਨਾਈਜੀਰੀਆ ਦੇ ਜਿਹੜੇ ਲੋਕ ਨੇ ਉਹ ਵੀ ਕੋਈ 18,000 ਦੇ ਕਰੀਬ ਉੱਥੋਂ ਲੋਕ ਗਏ ਆ ਉੱਥੇ, ਜਿਹੜੇ ਟੈਕਨੀਕਲ ਅਪਰੋਚ ਵਾਲੇ, ਜਿਹੜੇ ਟੈਕਨੀਕਲ ਡਿਗਰੀ ਵਾਲੇ ਆ ਉਹ ਗਏ ਆ। ਜਿਹੜਾ ਇੰਡੀਆ ਹੈ ਇਹ ਦੂਜੇ ਨੰਬਰ 'ਤੇ ਆਇਆ ਔਰ ਨਾਈਜੀਰੀਆ ਪਹਿਲੇ ਨੰਬਰ 'ਤੇ ਆ ਗਿਆ।
ਔਰ ਇਹ 2 ਕੰਟਰੀ ਰਹੇ ਜਿਨ੍ਹਾਂ ਨੇ ਉਸ ਆਪਣਾ ਬੋਲਬਾਲਾ ਕੀਤਾ ਔਰ ਜੌਬ ਹਾਸਲ ਕੀਤੀ ਆ। ਔਰ ਸਾਡੀ ਬੜੀ ਇਹਨੂੰ ਕਹਿ ਲਓ ਬਦਕਿਸਮਤੀ ਆ, ਜਿਹੜੇ ਸਾਡੇ ਇੰਟਲੈਕਚੁਅਲ ਜਿਹੜੇ ਸੂਝਵਾਨ ਤਾਂ ਜਾਂ ਜਿਹੜੇ ਟੈਕਨੀਕਲ ਅਪਰੋਚ ਵਾਲੇ ਮੁੰਡੇ ਨੇ, ਉਹ ਇੱਥੋਂ ਇੰਨਾ ਪੈਸਾ ਖਰਚ ਕੇ ਅਸੀਂ ਉਹਨਾਂ ਨੂੰ ਡਿਗਰੀਆਂ ਦਿੱਤੀਆਂ ਔਰ ਉਹਨਾਂ ਨੇ ਕਈ ਕੁਝ ਕਰਨਾ ਡਿਵੈਲਪਮੈਂਟ ਲਈ ਇੰਡੀਆ ਦੀ, ਉਹ ਇੱਥੋਂ ਸ਼ਿਫਟ ਕਰ ਗਏ। ਬਹੁਤ ਮੁੰਡੇ ਪੰਜਾਬ 'ਚੋਂ ਗਏ ਆ, ਕੁਝ ਕੇਰਲਾ, ਕੁਝ ਮਦਰਾਸ, ਕਰਨਾਟਕਾ 'ਚੋਂ ਵੀ ਗਏ ਆ। ਇਹ ਜਿਹੜਾ ਖਾਕਾ ਬਣਿਆ ਜਾਂ ਜਿਹੜੀ ਬਣਤਰ ਬਣੀ ਆ, ਇਹ ਆਉਣ ਵਾਲੇ ਸਮੇਂ ਨੂੰ ਬਹੁਤ ਢਹਿੰਦੀਆਂ ਕਲਾਂ ਵੱਲ ਲਿਜਾਊਗੀ, ਕਿਉਂਕਿ ਇਕਨੋਮਿਕਲੀ ਤਾਂ ਅਸੀਂ ਇਹਨੇ ਬੂਸਟ ਨਹੀਂ ਜਿੰਨਾ ਅਮਰੀਕਾ ਜਾਂ ਕੈਨੇਡਾ ਹੈਗਾ। ਔਰ ਉਹਦੇ ਬਾਵਜੂਦ ਜੈਸੇ ਮੁੰਡੇ ਜੇ ਡਿਗਰੀਆਂ ਹਾਸਲ ਕਰਦੇ ਪੜ੍ਹਦੇ ਆ, ਕਿਉਂਕਿ ਸਾਡੇ ਇੱਥੇ ਕੋਟਾ ਦੇ ਵਿੱਚ ਜਿਹੜੀਆਂ ਹੁਣ ਇਸ ਵੇਲੇ ਇੰਜੀਨੀਅਰਿੰਗ ਦੀਆਂ ਡਿਗਰੀਆਂ ਨੇ, ਮੈਡੀਕਲ ਦੀਆਂ ਇੰਜੀਨੀਅਰ ਕਰ ਰਹੇ ਆ, ਬੜੀ ਮਿਹਨਤ ਕਰ ਰਹੇ ਮੁੰਡੇ, ਇੱਥੋਂ ਤੱਕ ਕਿ ਵਿਚਾਰੇ ਜਾਨ ਦੀ ਬਾਜੀ ਲਾਉਂਦੇ ਆ, ਮਰਦੇ ਵੀ ਆ, ਕਈ ਕੁਝ ਕਰਦੇ ਆ। ਉਹ ਆਪਾਂ ਪਿਛਲੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ। ਇਸ ਤਰ੍ਹਾਂ ਅਸੀਂ ਪੜ੍ਹਾਉਂਦੇ ਹਾਂ, ਮਾਂ ਪਿਓ ਜ਼ਮੀਨਾਂ ਗਹਿਣੇ ਪਾਉਂਦੇ ਆ, ਪੈਸਾ ਕਿੱਥੋਂ ਲੈ ਕੇ ਬੱਚਿਆਂ ਨੂੰ ਇਹਨਾਂ ਪੜ੍ਹਾ ਦਿੰਦੇ ਆ ਔਰ ਸਾਰਾ ਕੁਝ ਨਿਸ਼ਾਵਰ ਕਰ ਦਿੰਦੇ ਆ ਆਪਣੀ ਉਮਰ ਤੱਕ ਮਾਂ ਪਿਓ। ਫਿਰ ਉਹ ਮੁੰਡੇ ਇੱਥੋਂ ਉਡਾਨ ਲਾ ਕੇ ਬਾਹਰਲੇ ਦੇਸ਼ਾਂ 'ਚ ਚੱਲ ਜਾਂਦੇ ਆ, ਖਾਸ ਕਰ ਕੈਨੇਡਾ, ਅਮਰੀਕਾ ਸਾਡੇ ਇਸ ਤਰ੍ਹਾਂ ਬੈਠੇ ਆ। ਜੇ ਕਹੀ ਜਾਵੇ ਗੱਲ ਕਿ ਨਹੀਂ ਜੀ ਇਹ ਤਾਂ ਉੱਥੇ ਲੇਬਰ ਕਰ ਰਿਹਾ ਜੀ, ਉੱਥੇ ਬਗੀਚੇ ਪਾਲ ਰਹੇ ਆ ਜੀ, ਉੱਥੇ ਐਗਰੀਕਲਚਰ ਕਰ ਰਿਹਾ, ਇਹ ਗੱਲ ਉਹ ਕੁਝ ਲੋਕ ਤਾਂ ਕਰਦੇ ਆ, ਅਸੀਂ ਮੰਨਦੇ ਹਾਂ, ਜਿਨ੍ਹਾਂ ਦੇ ਬਾਗ ਬਗੀਚੇ ਵੀ ਹੈਗੇ ਆ। ਕੁਝ ਲੋਕ ਸਾਡੇ ਟੈਕਨੀਕਲ ਤੌਰ ਤੇ ਬੜੇ ਬੂਸਟਰ ਆ, ਉੱਥੇ ਡਿਗਰੀਆਂ ਹਾਸਲ ਕਰਕੇ ਵੱਡੀਆਂ ਕੰਪਨੀਆਂ ਦੇ ਕਰਤਾ ਧਰਤਾ, ਔਰ ਉਹਦੇ ਵਿੱਚ ਸਾਡੀ ਐਗਰੀਕਲਚਰ ਜਿਹੜੀ ਹੈਗੀ ਆ ਬਹੁਤ ਵੱਡੀ ਲੈਂਡ ਲੋਕਾਂ ਨੇ ਐਕਵਾਇਰ ਕੀਤੀ ਆ, ਖਰੀਦੀ ਆ, ਔਰ ਉਹਦੇ ਵਿੱਚ ਬਾਗ ਬਗੀਚੇ ਅਮਰੀਕਾ 'ਚ ਖਾਸ ਕਰਕੇ ਮਿਸਟਰ ਬਾਠ ਨੇ ਉਹਨਾਂ ਦੇ ਇੰਨੇ ਵੱਡੇ ਉੱਥੇ ਬਾਗ ਬਗੀਚੇ ਔਰ ਵਾਹੀ ਜਹਾਜ਼ ਹੈ, ਔਰ ਉਹਨਾਂ ਦੀਆਂ ਸਬਜ਼ੀਆਂ ਬੀਜ ਕੇ ਸਾਰੇ ਯੂਰਪ ਅਮਰੀਕਾ 'ਚ ਜਾਂਦੀਆਂ। ਜਿੱਥੇ ਪੰਜਾਬੀ ਜਾਂਦੇ ਆ ਉੱਥੇ ਇਹਨਾਂ ਦਾ ਇਸ ਤਰ੍ਹਾਂ ਦਾ ਬੋਲਬਾਲਾ ਹੋ ਜਾਂਦਾ, ਦੁਨੀਆ ਦੇਖਦੀ ਹੈ। ਕਈ ਜਗ੍ਹਾ 'ਤੇ ਇਹਨਾਂ ਨੇ ਸਰਵੈਂਟ ਵੀ ਗੋਰੇ ਰੱਖੇ ਆ, ਕਈ ਕੁਝ ਜਗ੍ਹਾ 'ਤੇ ਹੈਗੇ, ਇੰਨੇ ਲੋਕ ਅਮੀਰ ਹੈਗੇ ਆ ਔਰ ਪੂਰਾ ਪਰਿਵਾਰ ਉਹਨਾਂ ਦਾ ਉੱਥੇ ਆ, ਬੱਚੇ ਅਗਲੀ ਜਨਰੇਸ਼ਨ ਵੀ ਕੰਮ ਕਰ ਰਹੀ ਹੈ। ਔਰ ਮੇਰਾ ਖਿਆਲ ਹੈ ਕਿ ਅਸੀਂ ਸ਼ਿਫਟ ਕਰਕੇ ਸਾਰੇ ਦਾ ਸਾਰਾ ਪੰਜਾਬ ਉੱਥੇ ਆ। ਜਿਸ ਤਰ੍ਹਾਂ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਮਿਨੀ ਪੰਜਾਬ ਕਿਹਾ ਜਾਂਦਾ, ਜਿਹੜਾ BC ਆ ਬ੍ਰਿਟਿਸ਼ ਕੋਲੰਬੀਆ, ਜੇ ਵੇਖੀਏ ਤਾਂ ਸਾਰਾ ਪੰਜਾਬ ਹੀ ਉੱਥੇ ਚਲੇ ਗਿਆ। ਜਿੰਨੇ ਜਵਾਨ ਮੁੰਡੇ, ਜਿੰਨੇ ਕੁੜੀਆਂ, ਜਿੰਨੇ ਪਹਿਲਾਂ ਵੀ ਉੱਥੇ ਬੈਠੇ ਸੀ, ਹੁਣ ਵੀ ਚਲੇ ਗਏ। ਹੁਣ ਜਿਹੜੇ ਸਟੂਡੈਂਟ ਵੀਜ਼ੇ 'ਤੇ ਬਹੁਤ ਜਾ ਰਹੇ ਖੰਨਾ ਜੀ, ਇਹਨਾਂ ਸਟੂਡੈਂਟ ਵੀਜ਼ੇ 'ਤੇ ਜਾ ਰਹੇ ਬੱਚੇ। ਅਸੀਂ ਟੈਕਨੀਕਲ ਇੰਜੀਨੀਅਰ ਦੀ ਗੱਲ ਕੀਤੀ ਕਿ 15,000 ਗਿਆ, ਪਰ ਜੇ ਬਾਕੀ ਖਾਕਾ ਫੁਰ ਲਿਆ ਜਾਵੇ ਜਾਂ ਸਾਰਾ ਡਾਟਾ ਲਿਆ ਜਾਵੇ ਤਾਂ ਉਹਦੇ ਵਿੱਚ ਇੰਨੇ ਮੁੰਡੇ ਸਾਡੇ ਚਲੇ ਗਏ, ਕੁੜੀਆਂ ਮੁੰਡੇ। ਜਦੋਂ ਜਵਾਨੀ ਬਾਹਰ ਚਲ ਜਾਂਦੀ ਹੈ ਨਾ, ਤੁਸੀਂ ਸਮਝ ਲਓ ਤੁਹਾਡੀ ਜਿਹੜੀ ਹੈਗੀ ਆ ਢਹਿੰਦੀਆਂ ਕਲਾ ਵੱਲ ਆ ਗਏ, ਤੁਹਾਡਾ ਡਾਊਨਫਾਲ ਹੋ ਗਿਆ, ਤੁਸੀਂ ਥੱਲੇ ਵਾਲੇ ਪਾਸੇ ਆ ਗਏ। ਜਵਾਨ ਹੀ ਸਾਰਾ ਕੁਝ ਸੰਭਾਲਦੇ ਆ। ਜੇ ਜਵਾਨ ਘਰ ਦੇ ਮੂੰਹ ਮੱਥਾ ਵੀ ਡੋਲਦੇ ਆ, ਜਵਾਨ ਦੇਸ਼ ਦਾ ਮੂੰਹ ਮੱਥਾ ਡੋਲਦੇ ਆ, ਜਵਾਨ ਪੂਰੇ ਏਰੀਆ ਦਾ ਵੀ ਜਵਾਨ ਹੀ ਮੱਥਾ ਡੋਲਦੇ ਆ। ਇਹ ਫੌਜ ਵੀ ਜਾਂਦੇ ਆ, ਪੁਲਿਸ ਵੀ ਜਾਂਦੇ ਆ, ਕੰਪਨੀਆਂ ਵੀ ਚਲਾਉਂਦੇ ਆ ਔਰ ਐਗਰੀਕਲਚਰ ਵੀ ਕਰਦੇ ਆ। ਇਹ ਗੱਲ ਹੈ। ਜੇ ਜਵਾਨ ਨਹੀਂ ਰਹੇ ਤਾਂ ਬੁੱਢਿਆਂ ਕੋਲ ਤਾਂ ਤੁਰਿਆ ਨਹੀਂ ਜਾਂਦਾ, ਤਾਂ ਹਾਏ ਅੱਗੇ ਕਰਦੇ ਰਾਤ ਨੂੰ। ਉਹਨਾਂ ਨੂੰ ਸੰਭਾਲਣ ਲਈ ਵੀ, ਉਹਨਾਂ ਦੀ ਕੇਅਰ ਕਰਨ ਲਈ ਵੀ ਬੱਚੇ ਇੱਥੇ ਚਾਹੀਦੀ ਹੈ। ਪਰ ਹੁਣ ਇਸ ਵੇਲੇ ਟ੍ਰੈਂਡ ਰੁਝਾਨ ਇੱਦਾਂ ਦਾ ਬਣ ਗਿਆ ਜਿਹਦੇ ਵਿੱਚ ਸਾਰੇ ਪੰਜਾਬੀ ਪ੍ਰਵਾਸ ਕਰ ਰਹੇ। ਇਸ ਕਰਕੇ ਬੇਰੁਜ਼ਗਾਰੀ ਆ, ਨਸ਼ਾ ਆ ਗਿਆ ਇੱਥੇ, ਬਿਮਾਰੀਆਂ ਫੈਲ ਗਈਆਂ ਇੱਥੇ, ਏਅਰ ਕੁਆਲਿਟੀ ਬਹੁਤ ਖਰਾਬ ਹੈਗੀ ਆ, ਖੁਰਾਕ ਬਹੁਤ ਮਾੜੀ ਹੈਗੀ ਆ। ਅਸੀਂ ਖੁਸ਼ਹਾਲ ਸੂਬੇ ਦਾ ਸੁਪਨਾ ਲੈ ਰਹੇ ਹਾਂ, ਰੰਗਲੇ ਪੰਜਾਬ ਦਾ ਸੁਪਨਾ ਲੈ ਰਹੇ ਹਾਂ, ਪਰ ਇਹ ਰੰਗਲਾ ਪੰਜਾਬ ਨਹੀਂ ਬਣ ਰਿਹਾ, ਇਹ ਧੁੰਦਲਾ ਪੰਜਾਬ ਬਣ ਰਿਹਾ ਇਸ ਵੇਲੇ। ਇਹ ਗੱਲ ਬਿਲਕੁਲ ਠੀਕ ਗੱਲ ਹੈ, ਕਿਉਂਕਿ ਹੁਣ ਜੇ ਦਾਣਾ ਪਾਣੀ ਦੀ ਗੱਲ ਕਰੀਏ, ਅਸੀਂ ਜਿੱਦਾਂ ਮੰਨਦੇ ਆ ਇਹ ਤਾਂ ਗੱਲ ਸਹੀ, ਜਿੱਥੇ ਦਾਣਾ ਪਾਣੀ ਰੋਜ਼ੀ ਰੋਟੀ ਹੈ, ਕੁਦਰਤ ਨੇ ਲੈ ਕੇ ਜਾਣਾ ਹੈ, ਦਾਣਾ ਪਾਣੀ ਖਿੱਚ ਕੇ ਲਿਆਉਂਦਾ, ਕੌਣ ਕਿਸੇ ਦਾ ਖਾਂਦਾ, ਉਹ ਮਾਈਗ੍ਰੇਟ ਕਰਕੇ ਚਲਾ ਜਾਂਦਾ। ਉਹ ਇੱਕ ਲਿਟਰੇਚਰ 'ਚ ਵੀ ਆਉਂਦੇ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਜਿਹੜੇ ਮੋਰ ਨੇ ਉਹ ਕੂੰਜਾਂ ਨੂੰ ਕਹਿੰਦੇ ਨੇ, ਕੂੰਜਾਂ ਜਿਹੜੇ ਮਾਈਗ੍ਰੇਟ ਕਰਕੇ ਬਰਡਸ ਜਾਂਦੇ ਨੇ ਇੱਕ ਥਾਂ ਤੋਂ ਦੂਜੀ ਥਾਂ, ਕਿ ਜਾਂ ਤਾਂ ਤੁਸੀਂ ਕੁਚੱਜੀਆਂ ਤੇ ਜਾਂ ਤੁਹਾਡਾ ਯਾਰ ਕੁਚੱਜਾ, ਜਿੱਥੇ ਤੁਸੀਂ ਯਾਰੀ ਲਾਈ ਹੈ ਤੇ ਕਦੀ ਕਿਤੇ ਤੁਰ ਪੈਂਦੀਆਂ, ਕਦੀ ਕਿਤੇ ਤੁਰ ਪੈਂਦੀਆਂ। ਅੱਗੋਂ ਕੂੰਜਾਂ ਕਹਿੰਦੀਆਂ ਨਾ ਅਸੀਂ ਕੁਚੱਜੀਆਂ ਤੇ ਨਾ ਸਾਡਾ ਯਾਰ ਕੁਚੱਜਾ। ਇਹ ਰੱਬ ਨੇ ਨਾ ਚੋਗ ਖਿਲਾਰੀ ਹੋਈ ਹੈ, ਸਾਨੂੰ ਦਾਣਾ ਪਾਣੀ ਚੁਗਣ ਵਾਸਤੇ ਜਾਣਾ ਪੈਂਦਾ ਹੈ, ਕਦੀ ਇੱਧਰ ਤੇ ਕਦੀ ਉੱਧਰ। ਇਹ ਦਾਣੇ ਪਾਣੀ ਦੀ ਸਾਰੀ ਗੇਮ ਹੈ, ਚੋਗਾ ਜਿੱਥੇ ਜਿੱਥੇ ਆ ਉੱਥੇ ਚੁਗਣ ਵਾਸਤੇ ਜਾਣਾ ਹੀ ਪੈਣਾ। ਸੋ ਆਪਾਂ ਅੱਗੇ ਤੁਰਦੇ ਹਾਂ ਜੀ। ਪੰਜਾਬ ਦੇ ਵਿੱਚ ਇਹ ਐਸਮਾ ਲਾਗੂ ਹੋ ਗਿਆ, ਬੱਲੇ, ਇਹ ਕੀ ਚੀਜ਼ ਹੈ? ਬੜਾ ਖਤਰਨਾਕ ਐਕਟ ਹੈਗਾ ਹੈ ਇਹਦਾ, ਜਿਹੜਾ ਐਸੈਂਸ਼ੀਅਲ ਸਰਵਿਸ ਮੇਨਟੇਨੈਂਸ ਐਕਟ ਹੈਗਾ, ਇਹਦਾ ਜਿਹੜਾ ਐਬਰੀਵੇਸ਼ਨ, ਇਹ ਐਸਮਾ ਹੁੰਦਾ ਅਧਿਕਾਰੀਆਂ 'ਤੇ ਲਾਇਆ ਜਾਂਦਾ, ਮਹਿਕਮਿਆਂ 'ਤੇ ਲਾਇਆ ਜਾਂਦਾ। ਘੱਟੋ ਘੱਟ ਦੀ ਅਵਧੀ ਇਹਦੀ ਸਮਾਂ 6 ਮਹੀਨੇ ਹੈਗਾ। ਹੁਣ ਇਹਨਾਂ ਨੇ ਅਕਤੂਬਰ 31 ਤੱਕ ਲਾ ਦਿੱਤਾ। ਇੱਥੇ ਪੰਜਾਬ ਦੇ ਸਾਰੇ ਜਿੰਨੇ ਵੀ ਅਧਿਕਾਰੀ ਜਾਂ ਜਿਹੜਾ ਵੀ ਕਰੂਗਾ ਕੋਈ ਕਲਮ ਛੋੜ ਹੜਤਾਲ ਜਾਂ ਕੁਛ ਤਰ੍ਹਾਂ ਦਾ ਨਾਅਰੇਬਾਜ਼ੀ, ਪੈਨ ਡਾਊਨ ਜਾਂ ਉਹਨੂੰ ਕਲਮ ਛੋੜ ਵੀ ਜਾਂਦੇ ਆ। ਔਰ ਉਹ ਹੁਣ ਇਹ ਦਿੱਤਾ ਸੀਗਾ ਸਾਰਾ ਤਜਵੀਜ਼ ਜਿਹੜੇ ਰੈਵਨਿਊ ਡਿਪਾਰਟਮੈਂਟ ਆ, ਮਾਲ ਮਹਿਕਮਾ, ਉਹਦੇ ਵਿੱਚ ਉਹਨਾਂ ਨੇ ਕੀਤਾ ਸੀ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ, ਪੂਰਾ ਕਰੋ, ਕਿਉਂਕਿ ਇਹਦੇ ਵਿੱਚ ਘੱਟੋ ਘੱਟ ਵੀ
ਕੋਈ 3000 ਤੋਂ ਉੱਤੇ ਪੋਸਟਾਂ ਖਾਲੀ ਆ ਪਟਵਾਰੀਆਂ ਦੀਆਂ। ਉਹ ਕਹਿੰਦੇ ਅਸੀਂ 3500 ਜਿਹੜੀ ਖਾਲੀ ਪੋਸਟਾਂ, ਉਹ ਕਹਿੰਦੇ ਅਸੀਂ ਇਹਦਾ ਕੰਮ ਅਸੀਂ ਕਰ ਰਹੇ ਹਾਂ, ਔਰ ਸਾਡੀ ਜਿਹੜੀ ਦਿਹਾੜੀ ਆ 167 ਰੁਪਏ ਤੱਕ ਪੈਂਦੀ ਹੈ ਜੇ ਸਾਡਾ ਓਵਰਆਲ ਕੰਮ ਵੇਖਿਆ ਜਾਵੇ, ਫਿਜ਼ੀਕਲ ਜਿਹੜਾ ਸਾਡਾ ਵਰਕ ਆ ਔਰ ਮੈਂਟਲੀ ਵਰਕ ਆ ਉਹਦੇ 'ਤੇ। ਔਰ ਉਹਨਾਂ ਦੀ ਗੱਲ ਤਾਂ ਨਹੀਂ ਸੁਣੀ। ਇਹਨਾਂ ਨੇ ਕਿਹਾ ਸੀਗਾ ਉਹ 'ਚ ਕੁਛ DC ਦੇ ਨਾਲ ਰਿਲੇਟਡ ਜਿਹੜੇ ਉੱਥੇ DC ਦੇ ਰਾਊਂਡ ਕੰਮ ਕਰਦੇ ਆ, ਪਲੱਸ ਕਾਨੂੰਗੋ ਪਟਵਾਰੀ, ਤਹਿਸੀਲਦਾਰ, ਇਹ ਸਾਰਾ ਰੈਵਨਿਊ ਡਿਪਾਰਟਮੈਂਟ ਇਹਨਾਂ ਨੇ ਹੜਤਾਲ ਕਰ ਦਿੱਤੀ ਸੀ। ਇਹਨੂੰ ਐਸਮਾ ਉਹਨਾਂ 'ਤੇ ਲਾਤਾ, ਲਾਗੂ ਕਰਤਾ। ਪਰ ਉਹ ਆਂਦੇ ਅਸੀਂ ਧਮਕੀਆਂ ਤੋਂ ਨਹੀਂ ਡਰਦੇ, ਅਸੀਂ ਕੰਮ ਕਰਾਂਗੇ, ਅਸੀਂ ਉਸ ਏਰੀਏ 'ਚ ਨਹੀਂ ਕੰਮ ਕਰਾਂਗੇ, ਕੁਝ 3093 ਸਰਕਲ ਨੇ ਉਹਨਾਂ ਦੇ ਵਿੱਚ ਨਹੀਂ ਕੰਮ ਕਰਾਂਗੇ। ਅੱਜ ਤੋਂ ਹੜਤਾਲ ਸ਼ੁਰੂ ਸੀ, ਬਹੁਤ ਲੋਕ ਪਰੇਸ਼ਾਨ ਹੋ ਗਏ ਆ। ਵੈਸੇ ਭਗਵੰਤ ਮਾਨ ਦੀ ਗੱਲ ਤਾਂ ਠੀਕ ਹੈ ਕਿ ਉਹਨਾਂ ਨੇ ਕਿਹਾ ਸੀ ਲੋਕਾਂ ਨੂੰ ਪਰੇਸ਼ਾਨ ਨਾ ਕਰੋ, ਜਿਹੜੀ ਗੱਲ ਹੈ ਮੈਂ ਤੁਹਾਡੇ ਨਾਲ ਨਜਿੱਠ ਲੂੰਗਾ, ਜੇ ਤੁਸੀਂ ਭਾਗਾਂ ਵਾਲੇ, ਜੇ ਤੁਹਾਡੇ ਹੱਥ ਵਿੱਚ ਕਲਮ, ਪਰ ਜੇ ਕਲਮ ਛੁੱਟ ਗਈ ਤਾਂ ਮੁੜ ਕੇ ਕਲਮ ਤੁਹਾਡੇ ਹੱਥ 'ਚ ਨਹੀਂ ਆਉਣੀ। ਇਹ ਹੈਗਾ ਕਿ ਮੈਂ ਇਹਦੇ ਵਿੱਚ ਤੁਹਾਨੂੰ ਚੇਤਾਵਨੀ ਦੇ ਰਿਹਾ, ਤੁਸੀਂ ਬਾਹਰ ਜਾ ਕੇ ਕੰਮ ਕਰੋ। ਔਰ ਉਹਨੇ ਕਿਹਾ ਕਿ ਤੁਹਾਡੇ ਬਹੁਤ ਜ਼ਿਆਦਾ ਲੋਕ ਕਰਪਟ ਵੀ ਹੈਗੇ, ਕਰਪਸ਼ਨ ਵੀ ਹੈ, ਮੈਨੂੰ ਇੱਕ ਇੱਕ ਗੱਲ ਦਾ ਪਤਾ ਹੈਗਾ। ਔਰ ਇਹਨਾਂ ਨੇ ਮੋੜੋਂ ਜਵਾਬ ਦਿੱਤਾ ਕਿ ਜਿਹੜੀ ਕਰਪਸ਼ਨ ਦੇ ਕੇਸ 'ਚ ਸੰਗਰੂਰ ਦੇ ਏਰੀਏ 'ਚ ਕਾਨੂੰਗੋ ਪਟਵਾਰੀ ਤਹਿਸੀਲਦਾਰਾਂ ਦੇ ਕੇਸ ਕੀਤੇ ਆ, ਉਹਨਾਂ ਨੂੰ ਸਸਪੈਂਡ ਕੀਤਾ। ਅਸੀਂ ਕੋਰਟ ਦੇ ਵਿੱਚ ਜਾ ਕੇ ਜਾਚਕਾ ਵੀ ਦਾਇਰ ਕੀਤੀ ਆ, ਉਹਨਾਂ ਨੂੰ ਝੂਠੇ ਉਹਨਾਂ 'ਤੇ ਮੁਕੱਦਮੇ ਦਾਇਰ ਕੀਤੇ ਆ। ਪਰ ਇਹਦੇ ਵਿੱਚ ਇਹ ਮੇਰਾ ਖਿਆਲ ਹੈ ਕਿ ਕੁਝ ਸੱਚ ਨਹੀਂ ਹੈਗਾ। ਅੱਜ ਵੀ ਇੱਕ ਪਟਵਾਰੀ ਵੀ ਫੜਿਆ ਗਿਆ, ਉਹਨੇ ਵੀ ਪੈਸਾ ਲਿਆ 5000 ਦੇ ਕਰੀਬ। ਅੱਜ ਉਹਨੂੰ ਇਹ ਨਹੀਂ ਪਤਾ ਕਿ ਮੈਂ ਪੈਸੇ ਲੈ ਰਿਹਾ, ਉਧਰ ਤਾਂ ਸਾਡੇ ਕਲਮ ਛੋੜ ਹੜਤਾਲ ਹੈਗੀ ਆ, ਪੈਨ ਡਾਊਨ ਹੜਤਾਲ ਹੈਗੀ, ਤਾਂ ਅਸੀਂ ਪੈਸੇ ਲਈ ਜਾਂਦੇ। ਫਿਰ ਇਹ ਉਦਾਹਰਣ ਅੱਜ। ਔਰ ਜੋ ਭਗਵੰਤ ਮਾਨ ਨੇ ਪਹਿਲੋਂ ਹੈਲਪਲਾਈਨ ਦਿੱਤੀ ਸੀ, ਫੋਨ ਦਿੱਤੇ ਸੀ, ਸਾਰਾ ਕੁਝ ਕੀਤਾ, ਹੁਣ ਭਗਵੰਤ ਮਾਨ ਖੁਦ ਤਾਂ ਨਹੀਂ ਪੈਸੇ ਲੈ ਕੇ ਜੇਬ 'ਚ ਪਾਉਂਦਾ, ਪੈਸੇ ਤਾਂ ਉਹੀ ਅਧਿਕਾਰੀ ਪਾ ਰਹੇ ਆ ਜਿਹੜੇ ਪੈਸਾ ਲੈ ਕੇ ਫਿਰ ਮੁੱਕਰ ਜਾਂਦੇ ਆ ਔਰ ਪੈਸਾ ਲੈ ਕੇ ਹਟਦੇ ਨਹੀਂ ਗੇ। ਔਰ ਉਹ ਕਰਪਸ਼ਨ ਜਿਹੜੀ ਹੈਗੀ ਹੈ, ਜਿੱਦਾਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ, ਇਹ ਵੀ ਨਸ਼ਾ ਹੀ ਬਣ ਗਿਆ। ਨਸ਼ਾ ਜਿਹੜਾ ਹੈਗਾ, ਲੋਕ ਨਹੀਂ ਹਟੇ। ਇਹਨਾਂ ਨੇ ਇੰਨਾ ਜਿਹੜੀ ਆ ਪੈਰਜਮਾਈ ਕੀਤੀ ਹੈ, ਇਹਨੇ ਜ਼ਿਆਦਾ ਕੋਸ਼ਿਸ਼ ਕੀਤੀ ਹੈ, ਸਾਰੀਆਂ ਸਰਕਾਰਾਂ ਨੇ, ਇਹ ਵੀ ਕਰ ਰਹੇ ਹੁਣ ਮੌਜੂਦਾ ਸਰਕਾਰ ਵੀ, ਪਰ ਲੋਕ ਨਹੀਂ ਹਟੇ, ਫਿਰ ਵੀ ਚਿੱਟਾ ਵਿਕੀ ਜਾਂਦਾ। ਇਹੀ ਹਾਲ ਸਾਡੀ ਕਰਪਸ਼ਨ ਦਾ, ਭ੍ਰਿਸ਼ਟਾਚਾਰ ਦਾ ਹੈਗਾ। ਲੋਕਾਂ ਨੂੰ ਤਾਂ ਕਹਿਣਾ ਹੀ ਬਣਦਾ ਹੁੰਦਾ, ਨੋਟੀਫਿਕੇਸ਼ਨ ਜਾਰੀ ਕਰ ਦੇਣਗੇ, ਪੁਲਿਸ ਜਿੱਥੇ ਜਾਊਗੀ, ਪੁਲਿਸ ਆਪ ਕਰਪਟ ਹੋ ਗਈ ਹੈ। ਜਿੱਥੇ ਵੀ ਮਹਿਕਮਿਆਂ 'ਚ ਪੁਲਿਸ ਕੰਮ ਕਰ ਰਹੀ ਹੈ, ਉੱਥੇ ਵੀ ਕਰਪਸ਼ਨ ਹੈਗੀ ਆ। ASI ਫੜੇ ਗਏ ਆ, ਥਾਣੇਦਾਰ ਫੜੇ ਗਏ ਆ, ਔਰ IG ਤੱਕ ਚਲੇ ਗਿਆ। ਔਰ ਕਈ ਤਾਂ ਭਗੌੜੇ ਹੋ ਗਏ ਪੁਲਿਸ ਵਾਲੇ। ਰਾਜਜੀਤ ਜਿਹੜਾ ਹੈਗਾ ਸੀ IG, ਉਹਦੇ 'ਤੇ ਕੇਸ ਚੱਲ ਰਿਹਾ। 1 to 1 ਜੇ ਅਸੀਂ ਗੱਲ ਕਰੀਏ, ਪੁਲਿਸ ਦੇ ਵਿੱਚ ਵੀ ਕਰਪਸ਼ਨ ਹੈਗੀ ਆ, ਤਾਂ ਜਿਹੜਾ ਮਹਿਕਮਾ ਇਹਦੇ 'ਚ ਵੀ ਕਰਪਸ਼ਨ ਹੈਗੀ ਆ, ਔਰ ਟੀਚਿੰਗ ਦੇ ਵਿੱਚ ਵੀ ਹੈ, ਮੈਡੀਕਲ 'ਚ ਵੀ ਹੈ। ਕਿਹੜਾ ਮਹਿਕਮਾ ਬਚਿਆ, ਮੇਰਾ ਗੱਲ ਕਰੋ। ਅਸੀਂ ਟਿਪਸ ਤੇ ਉਂਗਲਾਂ 'ਤੇ ਨਹੀਂ ਗਿਣ ਸਕਦੇ ਵੀ ਕਿਹੜਾ ਬਚਿਆ ਹੈਗਾ। ਹਰ ਮਹਿਕਮੇ ਦੇ ਵਿੱਚ ਹੀ ਇਹ ਸਾਰਾ ਜਿਹੜਾ ਰੁਝਾਨ ਹੈਗਾ ਬਿਲਕੁਲ ਹੈ। ਔਰ ਜਦੋਂ ਸੋਚ ਹੀ ਕਰਪਟ ਹੋਵੇ, ਬਿਲਕੁਲ ਹਾਂ, ਤਾਂ ਹਰ ਥਾਂ ਤੇ ਕਰਪਸ਼ਨ ਹੈ। ਸਹੀ, ਉਹੀ ਗੱਲ, ਇਹੀ ਗੱਲ ਆਪਾਂ ਕੀਤੀ ਵੀ ਜੇ ਆਪਣੇ ਆਪ ਨੂੰ ਅਸੀਂ ਸਾਫ਼ ਕਰ ਲਈਏ, ਆਪਣੇ ਆਪ ਨੂੰ ਪੂਰਾ ਤਰੀਕੇ ਨਾਲ ਚੱਲ ਪਈਏ ਤੇ ਨੀਤੀ ਚੰਗੀ ਬਣਾ ਲਈਏ, ਤੇ ਫਿਰ ਕਰਪਸ਼ਨ ਤੇ ਉਹਦਾ ਕੀ ਮਤਲਬ। ਕਰਪਸ਼ਨ ਵੀ ਹੈਗੀ ਹੈ, ਹੋਰ ਵੀ ਕਈ ਕਿਸਮ ਦੀ ਐਕਸਪਲੋਇਟੇਸ਼ਨ ਵੀ ਹੈ, ਯੈਸ, ਸ਼ੋਸ਼ਣ ਵੀ ਮੌਜੂਦ ਹੈ ਹਰ ਡਿਪਾਰਟਮੈਂਟ ਦੇ ਵਿੱਚ। ਬਹੁਤ ਕੁਝ, ਮਤਲਬ ਪਾਣੀ ਸਿਰ ਤੋਂ ਲੰਘ ਚੁੱਕਾ ਹੈ। ਇਹ ਪੜ੍ਹਾਈ ਹੈ ਜਾਂ ਕਿਹਦੇ ਨੂੰ ਤੁਹਾਨੂੰ ਪੜ੍ਹ ਜਾਂਗੇ ਸੀ। ਜਿਹੜੇ ਲੋਕ ਪਹਿਲੋਂ ਲੋਕ ਅੱਜ ਤੋਂ 35-40 ਸਾਲ ਪੁਰਾਣੇ ਲੋਕ ਜਿਹੜੇ ਸੀ, ਬਹੁਤ ਪੜ੍ਹਾਈ ਨਹੀਂ ਸੀਗੀ, ਉਹ ਇੰਨੇ ਅੱਛੇ ਨਿਮਰਤਾ ਵਾਲੇ ਲੋਕ, ਇੰਨੇ ਸੂਝਵਾਨ, ਉਹਨਾਂ ਨੂੰ ਪਤਾ ਸੀਗਾ ਵਾਟ ਇਜ਼ ਲਾਈਫ, ਕਿਸ ਤਰ੍ਹਾਂ ਜੀਣਾ, ਲਾਈਫ ਦਾ ਕੀ ਮਾਟੋ ਆ, ਇਹਨੂੰ ਅਸੀਂ ਕਿਸ ਤਰ੍ਹਾਂ ਜਿਉਣਾ ਹੈਗਾ, ਕੀ ਸਟਾਈਲ ਹੈ ਜ਼ਿੰਦਗੀ ਦਾ, ਉਹ ਸਾਰਾ ਸਮਝਦੇ ਸੀ। ਅਸੀਂ ਕਿਤਾਬਾਂ ਨੂੰ ਘੋਟਾ ਲਾਇਆ, ਲਾਈਫ ਨੂੰ ਤਾਂ ਨਹੀਂ ਵੇਖਿਆ ਸੀ। ਅਸੀਂ ਲੈਸਨ ਯਾਦ ਕੀਤੇ ਆ, ਕੀ ਸਿਲੇਬਸ ਹੈ ਸਾਡਾ, ਕੀ ਪਾਠਕ੍ਰਮ ਆ, ਕੀ ਕੀਤਾ ਸੀ। ਕਰਪਸ਼ਨ ਇੰਨਾ ਅਸੀਂ ਖਰਚੇ ਵਧਾ ਲਏ ਆ, ਗੱਡੀਆਂ ਤੇ ਗੱਡੀਆਂ ਹੈ ਨਾ। ਫਿਰ ਅਸੀਂ ਸਾਡੇ ਕੋਲ ਮੋਬਾਈਲ ਆ, ਕੱਪੜਾ ਅਸੀਂ ਵਧੀਆ ਪਾਉਣਾ, ਉਹਨਾਂ ਪਾਓ ਜਿੰਨਾ ਤੁਹਾਡੇ ਕੋਲ ਹੈਗਾ, ਉਹਨਾਂ ਖਾਓ ਜਿੰਨਾ ਤੁਸੀਂ ਪਚਾ ਸਕਦੇ ਜੀ। ਇਹ ਗੱਲ ਐਗਜ਼ੈਕਟਲੀ, ਆਪਣੇ ਆਪ ਨੂੰ ਸੁਧਾਰਨਾ ਪਏਗਾ। ਜੀ ਜੀ ਜੀ, ਤਾਂ ਹੀ ਗੱਲ ਹੈ, ਕਹਿੰਦੇ ਸਮਾਜ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ, ਬਿਲਕੁਲ, ਤਾਂ ਉਹ ਵਧੀਆ ਰਹੇਗਾ। ਹਮੇਸ਼ਾ ਚੰਗੀ ਗੱਲ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਆ। ਸੋ ਅਗਲੀ ਗੱਲ ਆਪਾਂ ਬਿਲਕਿਸ ਬਾਨੋ ਕੇਸ ਦੀ ਲੈਂਦੇ ਆ। ਗੁਜਰਾਤ ਦੇ ਵਿੱਚ ਜਿਹੜਾ ਇਹ ਘਟਨਾ ਵਾਪਰੀ, ਉਹ ਕੇਸ ਤੇ ਇੱਕ ਤਰ੍ਹਾਂ ਨਾਲ ਬੰਦ ਹੀ ਹੋ ਗਿਆ ਸੀ। ਹੁਣ ਮੁੜ ਤੋਂ ਬਿਲਕਿਸ ਬਾਨੋ ਕੇਸ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਕਰਨੀ ਸ਼ੁਰੂ ਕਰ ਦੇਣੀ ਹੈ। ਇਹ ਗੁਜਰਾਤ ਦੇ ਵਿੱਚ ਵਾਪਰਿਆ ਸੀਗਾ, ਔਰ ਇਹ ਜਿਹੜਾ ਕੇਸ ਆ, ਕਿੱਸਾ ਹੈ, ਬੜਾ ਡੂੰਘਾ ਔਰ ਬੜਾ ਨਮੋਸ਼ੀ ਵਾਲਾ, ਜਿਹਦੇ ਵਿੱਚ ਇਹਦਾ ਰੇਪ ਕੀਤਾ, ਇਹਦਾ ਬੱਚਾ ਪੇਟ ਸੀਗਾ, ਉਹ ਮਰ ਗਿਆ, ਔਰ 11 ਬਾਕੀ ਇਹਦੀ ਜਿਹੜੀ ਫੈਮਿਲੀ ਆ, 7 ਬੰਦੇ ਉਹ ਮਾਰੇ ਗਏ, ਔਰ ਇਹ ਪਰਿਵਾਰ ਪੂਰੇ ਦਾ ਪੂਰਾ ਖਤਮ ਹੋ ਗਿਆ। ਇਹਦੇ 'ਤੇ ਜਾਚਕਾਂ ਦਾਇਰ ਹੋਈਆਂ। ਉਹ ਕਦੀ ਆਉਂਦੇ ਸੀਗੇ ਪੈਰੋਲ 'ਤੇ, ਉਹ ਜਿਹੜੇ 11 ਬੰਦੇ ਆ, ਕਦੀ ਆ ਜਾਂਦੇ, ਕਦੇ ਚਲੇ ਜਾਂਦੇ ਸੀਗੇ। ਆਫਟਰ ਆਲ ਐਂਡ 'ਤੇ ਕੋਰਟ ਨੇ, ਹਾਈ ਕੋਰਟ ਨੇ ਫੈਸਲਾ ਦਿੱਤਾ, ਉਹਨਾਂ ਨੂੰ ਬਿਲਕੁਲ ਉੱਥੋਂ ਮੁਕਤ ਕਰਤਾ, ਉਹਨਾਂ ਦੀ ਰਿਹਾਈ ਕਰ ਦਿੱਤੀ, ਔਰ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ, ਕੋਈ ਉਹਦੇ 'ਤੇ ਨਹੀਂ ਕੇਸ ਹੋਇਆ। ਔਰ ਇਹਦੇ 'ਤੇ ਕਿਹਾ ਉਹਨਾਂ ਨੇ ਕਿ ਧਾਰਾਂ ਅਸੀਂ ਲਾਈਆਂ ਸੀਗੀਆਂ, ਪਰ ਇਹ 'ਤੇ ਕੋਈ ਗਵਾਹੀ ਨਹੀਂ ਆਈ, ਕੋਈ ਇਹਦੇ 'ਤੇ ਇਹ ਨਹੀਂ ਹੋਇਆ ਕਿ ਅਸੀਂ ਉਹਦਾ ਫੈਸਲਾ ਦੇ ਸਕੀਏ। ਪਰ ਉਹ ਤੋਂ ਫਿਰ ਜਿਹੜੀਆਂ ਜਾਚਕਾਂ ਦਾਇਰ ਹੋਈਆਂ,
ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਬੰਦੇ ਕਾਨੂੰਨ ਦੇ ਤਹਿਤ ਆਏ ਆ, ਉਹ ਲੋਕ ਨੇ ਜਿਹੜੇ ਵਿੱਚ ਉਹਨਾਂ ਤੇ ਕੇਸ ਹੋਇਆ, ਉਸ ਤੋਂ ਬਾਅਦ ਉਹ ਲੀਗਲੀ ਤੌਰ ਤੇ ਵਕੀਲ ਉਹ ਕੰਮ ਕਰ ਰਹੇ, ਜਿਹੜੇ ਇਹਦੇ ਵਿੱਚ ਇਨਵੋਲਵ ਸੀਗੇ। ਹੁਣ ਉਹਨਾਂ ਨੇ ਕਹਿਤਾ ਕਿ ਫਿਰ ਦੁਬਾਰਾ ਮੁੜ ਕੇ ਸੁਣਵਾਈ ਹੋਊਗੀ, ਦੁਬਾਰਾ ਇਹਦੇ ਤੇ ਕੀਤਾ ਜਾਊਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਿਤਾਰਿਆ ਜਾਊਗਾ। ਹਾਲਾਂਕਿ ਉਹ ਪਰਿਵਾਰ ਤਾਂ ਨਹੀਂ ਮੁੜਨਾ, ਉਹ ਬੱਚਾ ਨਹੀਂ ਮੁੜਨਾ ਜਿਹਨੂੰ ਮਾਰ ਦਿੱਤਾ ਗਿਆ, ਜਿਹਦਾ ਰੇਪ ਕੀਤਾ ਗਿਆ ਬਾਨੋ ਦਾ, ਉਹ ਵੀ ਨਹੀਂ ਮੁੜਨੇ। ਪਰ ਦੁਨੀਆ ਨੂੰ ਤਾਂ ਪਤਾ ਲੱਗ ਜੇ, ਇਹਨਾਂ ਨੂੰ ਇੱਕ ਲੈਸਨ ਤਾਂ ਮਿਲ ਜੇ ਆਉਣ ਵਾਲੇ ਸਮੇਂ ਦਾ, ਕਿ ਜਦੋਂ ਕਰਦੇ ਆ ਸਾਨੂੰ ਆਹ ਸਜ਼ਾ ਹੋ ਸਕਦੀ ਹੈ। ਜੇ ਅਸੀਂ ਅਰਬ ਕੰਟਰੀ ਦੀ ਗੱਲ ਕਰਦੇ ਹਾਂ ਜਾਂ ਉਹਦਾ ਗੱਲ ਕਰੀਏ, ਉੱਥੇ ਸਖਤ ਸਜ਼ਾ ਗਈ, ਉੱਥੇ ਕਦੇ ਵੀ ਇਸ ਤਰ੍ਹਾਂ ਦੇ ਅਪਰਾਧ, ਕਦੇ ਵੀ ਜਿਹੜੀ ਹੁਣ ਆਪਾਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਆ ਜਾਂ ਅਸੀਂ ਨਸ਼ਿਆਂ ਦੀ ਗੱਲ ਕੀਤੀ ਆ, ਕੰਨ 'ਚ ਪੈ ਨਹੀਂ ਦੁਖਦੇ ਉੱਥੇ। ਜਦੋਂ ਡੰਡਾ ਕਾਮਯਾਬ ਹੋਵੇ, ਜਦੋਂ ਫਾਂਸੀ ਦੀ ਸਿੱਧੀ ਫਾਂਸੀ ਦੇ ਦਿੰਦੇ ਜਦੋਂ ਕੋਈ ਬੰਦਾ ਹੁੰਦਾ, ਔਰ ਕਟਹਿਰੇ 'ਚ ਖੜਾ ਕਰਕੇ, ਔਰ ਉਹਨੂੰ ਪੁਰਾਣੀਆਂ ਸਜ਼ਾ ਵੀ ਦਿੰਦੇ, ਕੁੱਤੇ ਵੀ ਛੱਡ ਦਿੰਦੇ ਦਹੀਂ ਪਾ ਕੇ। ਉੱਥੇ ਕਦੇ ਵੀ ਇਸ ਤਰ੍ਹਾਂ ਦੀ ਕੋਈ ਨਹੀਂ ਹੁੰਦੀ ਅਪਰਾਧ। ਸਾਡਾ ਜਿਹੜਾ ਲੋਕਤੰਤਰ ਹੈ, ਇਹਦੇ 'ਚ ਸਾਡਾ ਬੜਾ ਖੁੱਲ੍ਹਾਪਨ ਹੈਗਾ, ਔਰ ਇਹਦੇ 'ਤੇ ਗਵਾਹੀਆਂ ਮੰਗਦੇ ਆ। ਫਿਰ ਦਿਨ ਦਿਹਾੜੇ ਕਤਲ ਹੋ ਜਾਂਦੇ ਆ, ਦਿਨ ਦਿਹਾੜੇ ਰੇਪ ਹੁੰਦੇ ਆ, ਤੇਜ਼ਾਬ ਸੁੱਟ ਕੇ ਕੁੜੀਆਂ ਨੂੰ ਸਾੜਿਆ ਜਾਂਦਾ ਹੈਗਾ, ਫਿਰ ਉਹਨਾਂ ਨੂੰ ਮਾਰਿਆ ਜਾਂਦਾ, ਕੁੱਟਿਆ ਜਾਂਦਾ। ਕੁਛ ਨਹੀਂ, ਕੇਸ ਹੁੰਦਾ, ਕੇਸ ਕਰਦਿਆਂ ਕੇਸ ਕਰਨ ਵਾਲੇ ਮਰ ਜਾਂਦੇ ਆ, ਕੇਸ ਸਹਿਣ ਵਾਲੇ ਮਰ ਜਾਂਦੇ ਆ, ਕੇਸ ਅਜੇ ਦਾ ਉੱਥੇ ਠੰਡੇ ਬਸੇ 'ਚ ਪਿਆ ਹੁੰਦਾ। ਇਹ ਸਾਡੀ ਜੁਡੀਸ਼ਰੀ ਹੈ, ਸਾਡੀ ਸਾਰਾ ਸੰਵਿਧਾਨ ਹੈ, ਇਹ ਸਾਡੇ ਲੋਕਤੰਤਰ ਆ, ਪਰ ਲੋਕ ਵਿਚਾਰੇ ਤੜਫਦੇ ਆ ਨਿਆਂ ਨੂੰ। ਬਿਲਕੁਲ, ਕਿਉਂਕਿ ਸਬੂਤ ਤੇ ਗਵਾਹ, ਬਿਲਕੁਲ ਇਸ ਦੇ ਆਧਾਰ ਦੇ ਉੱਤੇ ਫੈਸਲੇ ਹੋਣੇ ਨੇ ਜੀ। ਤੇ ਜੇ ਸਬੂਤ ਹੀ ਖਤਮ ਕਰ ਦਿੱਤੇ ਜਾਣ, ਗਵਾਹ ਹੀ ਖਤਮ ਕਰ ਦਿੱਤੇ ਜਾਣ, ਤੇ ਫਿਰ ਫੈਸਲਾ ਕਿਸ ਆਧਾਰ ਤੇ ਹੋਵੇ? ਜੱਜ ਕੀ ਕਰੇ, ਕੋਰਟ ਕੀ ਕਰੇ, ਸੰਵਿਧਾਨ ਕੀ ਕਰੇ? ਕਿਉਂਕਿ ਕਰਪਸ਼ਨ ਹੈ, ਔਰ ਪਤਾ ਨਹੀਂ ਕੌਣ ਕੌਣ ਕਿੱਥੇ ਕਿੱਥੇ ਮਿਲੇ ਹੋਏ ਨੇ ਆਪਸ ਦੇ ਵਿੱਚ, ਨੈਟਵਰਕ ਹੈ, ਔਰ ਇੰਨੀ ਨਫ਼ਰਤ ਹੈ ਇੱਕ ਦੂਜੇ ਦੇ ਪ੍ਰਤੀ। ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ, ਇੱਕ ਬੰਦਾ ਦੂਜੇ ਨੂੰ ਬੰਦਾ ਨਹੀਂ ਸਮਝਦਾ, ਔਰ ਮਾਰਨ ਲੱਗਿਆ ਅੱਗਾ ਪਿੱਛਾ ਨਹੀਂ ਦੇਖਦੇ, ਵੱਢ ਕੇ ਐ ਮਾਰਦੇ ਨੇ ਜਿਵੇਂ ਗਾਜਰ ਮੂਲੀ ਵੱਢੀ। ਸਹੀ ਗੱਲ, ਠੀਕ ਹੈ। ਤੇ ਇੰਨਾ ਬੁਰਾ ਹਾਲ, ਕੋਰਟ ਅਦਾਲਤ ਕੀ ਕਰੇ? ਕਿਤੇ ਤਾਂ ਪੁਲਿਸ ਵੀ ਹੱਥ ਖੜੇ ਕਰ ਦਿੰਦੀ ਹੈ, ਕਿਉਂਕਿ ਉਹ ਜਨਤਾ ਇੰਨੀ ਜ਼ਿਆਦਾ ਤਾਦਾਦ ਵਿੱਚ ਹੁੰਦੀ ਹੈ, ਇੰਨੀ ਭੀੜ ਹੁੰਦੀ ਹੈ, ਉਨੀ ਪੁਲਿਸ ਫੋਰਸ ਦੀ ਗਿਣਤੀ ਨਹੀਂ ਹੁੰਦੀ, ਉਨੀ ਨਫਰੀ ਨਹੀਂ ਹੁੰਦੀ। ਲਾਠੀ ਚਾਰਜ ਜਾਂ ਫਿਰ ਕਈ ਥਾਂ ਦੇ ਉੱਤੇ ਪਲਾਸਟਿਕ ਦੀਆਂ ਬੁਲੇਟਸ ਜਾਂ ਪਾਣੀ ਦਾ ਇਸਤੇਮਾਲ, ਕਈ ਤਰ੍ਹਾਂ ਦੇ ਇਸਤੇਮਾਲ ਕਰਦੀ ਪੁਲਿਸ, ਫਿਰ ਪੁਲਿਸ ਦੇ ਉੱਤੇ ਵੀ ਦੋਸ਼ ਲੱਗਦੇ। ਪਰ ਹੁਣ ਧਾਰਾ ਬਦਲੀਆਂ ਗਈਆਂ, ਜਿਹਦੇ ਵਿੱਚ ਕਨਸਟੀਟਿਊਸ਼ਨ ਔਰ ਇੰਡੀਅਨ ਪੈਨਲ ਕੋਡ ਦੀਆਂ ਧਾਰਾ ਇਹਨਾਂ ਨੇ ਬਦਲੀਆਂ, ਮੌਜੂਦਾ ਸਰਕਾਰ ਨੇ, ਕੇਂਦਰ ਨੇ। ਇਹਦੇ ਵੱਲ ਕਿਉਂ ਨਹੀਂ ਆਏ ਕਿ ਜੇ ਗਵਾਹੀ ਨਹੀਂ ਹੈਗੀ ਜਾਂ ਜਿਹਦੇ ਵਿੱਚ ਕੇਸ ਚੱਲ ਰਿਹਾ, ਜਦੋਂ ਘਰ ਦੇ ਰੋ ਰਹੇ ਆ ਜਿਨ੍ਹਾਂ 'ਤੇ ਤਸ਼ੱਦਦ ਹੋਇਆ, ਔਰ ਪਰੇ ਪੰਚਾਇਤ ਰੋ ਰਹੀ ਉੱਥੇ ਆ ਕੇ, ਹੈ ਨਾ, ਨਾਲ ਆ ਕੇ, ਔਰ ਗਵਾਹ ਦੀ ਫਿਰ ਕੀ ਲੋੜ ਹੈਗੀ? ਜਦੋਂ ਦਿਨ ਦਿਹਾੜੇ ਜਾ ਕੇ ਕਤਲ ਹੁੰਦੇ ਆ, ਰੇਪ ਹੁੰਦਾ, ਜੇ ਉਹਦੇ 'ਤੇ ਚੁਗਿਰਦਾ ਪਿੰਡ ਦੇ ਲੋਕ ਦੱਸਦੇ ਆ ਵੀ ਆਹ ਗੱਲ ਹੋ ਗਈ ਆ, ਜਿਹੜੇ ਨੋਮੀਨੇਟਡ ਗਵਾਹ ਹੈਗੇ ਆ, ਵਿਟਨਸ ਵਾਲੇ ਨਹੀਂ ਆਉਂਦੇ, ਉਹ ਇਸ ਕਰਕੇ ਨਹੀਂ ਆਉਂਦੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਭ੍ਰਿਸ਼ਟਾਚਾਰ, ਪੈਸਾ ਦਿੱਤਾ ਜਾਂਦਾ, ਉਹਦੇ ਕੇਸ ਲਈ ਵਕੀਲ ਨੂੰ ਤੇ ਦੇਣਾ ਹੀ ਆ, ਅਸੀਂ ਵਸੀਕਾ ਨਵੀਸ ਨੂੰ ਤੇ ਦੇਣਾ ਹੀ ਆ, ਇਹਦੇ 'ਤੇ ਹੈ ਨਾ, ਚਲਾਉਣ ਵਾਲੇ ਨੂੰ ਤੇ ਦੇਣਾ, ਪੁਲਿਸ ਨੂੰ ਦੇਣਾ, ਕਿਉਂ ਨਹੀਂ ਗਵਾਹਾਂ ਨੂੰ ਦੇ ਦਿੰਦੇ? ਗਵਾਹ ਮੁੱਕਰ ਗਿਆ ਤਾਂ ਸਾਰਾ ਕੁਝ ਕੰਮ ਹੋ ਗਿਆ। ਇਸੇ ਕਰਕੇ ਹੁੰਦਾ, ਉੱਥੇ ਵੀ ਪੈਸਾ ਚੱਲਦਾ। ਦੇਖੋ ਗੱਲ ਇੰਨੀ ਕੁ ਹੈ, ਇੱਕ ਡੈੱਡ ਬੋਡੀ ਪਈ ਹੈ ਨਾ ਜੀ, ਇੱਕ ਲਾਸ਼ ਪਈ ਹੈ, ਕਿਸੇ ਨੇ ਤਾਂ ਮਾਰਿਆ ਹੀ। ਬਿਲਕੁਲ ਸਹੀ ਗੱਲ, ਉਹ ਆਪਣੇ ਆਪ ਤਾਂ ਮਰ ਨਹੀਂ ਗਿਆ। ਤੇ ਹੁਣ ਇਹਦਾ ਦੱਸੋ ਕੀ ਫੈਸਲਾ? ਨਹੀਂ, ਜਿੱਥੇ ਜ਼ਖਮ ਆ, ਜਿਹਦੇ 'ਤੇ ਘਾਵ ਲੱਗੇ ਆ, ਜਿਹਦੇ 'ਤੇ ਕਿਰਪਾਨਾਂ ਵੱਜੀਆਂ, ਬਾਹਾਂ ਵੱਡੀ ਪਈ ਆ, ਉਹ ਕੌਣ ਵੱਢ ਗਿਆ? ਕੌਣ? ਕੁੱਤੇ ਤਾਂ ਨਹੀਂ ਇੱਦਾਂ ਕਰ ਸਕਦੇ, ਜਾਂ ਉਹ ਕੁੱਤੇ ਆ ਕੇ ਖਾ ਸਕਦੇ, ਖੂਨ ਪੀ ਸਕਦੇ, ਪਰ ਮਾਰ ਤਾਂ ਲਈ ਆਉਣਗੇ। ਮਾਰਦਾ ਤਾਂ ਮਨੁੱਖ ਹੀ ਆ। ਜੇ ਪਰਮਾਤਮਾ ਮਾਰਦਾ ਤਾਂ ਉੱਤੇ ਕੋਈ ਘਾਵ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਉਹ ਜੇ ਮਰਦਾ ਬੰਦਾ ਤਾਂ ਐਸਾ 'ਚ ਪਿਆ ਹੁੰਦਾ, ਜਿਹਦੇ 'ਤੇ ਜ਼ਖਮ ਆ, ਜਿਹਦਾ ਗਲ ਘੁੱਟਿਆ ਗਿਆ, ਨਿਸ਼ਾਨ ਆ, ਜਿਹਦੇ 'ਤੇ ਫੋਰੈਂਸਿਕ ਸਾਇੰਸ ਦੱਸ ਰਹੀ ਵੀ ਇਹਦਾ ਗਲਾ ਦੱਬ ਕੇ, ਸਾਹ ਬੰਦ ਕਰਕੇ ਮਾਰਿਆ ਗਿਆ, ਸਰਾਣਾ ਰੱਖ ਕੇ ਮਾਰਿਆ ਗਿਆ, ਉਹ ਤਾਂ ਸ਼ਰੇਆਮ ਪਤਾ ਹੀ ਹੈਗਾ, ਹੈ ਨਾ। ਫੋਰੈਂਸਿਕ ਸਾਇੰਸ ਜਿਹੜੀ ਹੈਗੀ ਉਹ ਦੱਸ ਰਹੀ ਹੈ। ਜਦੋਂ ਇਹ ਗਵਾਹ ਮੁੱਕਰਦੇ ਆ, ਤੇ ਜਿਹੜੀ ਫੋਰੈਂਸਿਕ ਸਾਇੰਸ ਜਿਹੜੀ ਹੱਥਾਂ ਨੂੰ ਦੇਖਦੀ ਆ, ਸਾਰਾ ਕੁਛ ਆ, ਜਿਹੜਾ ਫੜਿਆ ਜਾਂਦਾ ਵੈਪਨ ਜਿਹਦੇ ਨਾਲ ਮਾਰਿਆ ਗਿਆ, ਉਹ ਉੱਥੇ ਖੂਨ ਲੱਗਾ, ਸਾਰਾ ਕੁਛ ਹੈਗਾ, ਪੁਲਿਸ ਉਹਨੂੰ ਬੰਦ ਕਰਕੇ ਲੈ ਕੇ ਜਾਂਦੀ ਹੈ। ਔਰ ਚੰਡੀਗੜ੍ਹ ਵੀ ਇਹਦਾ ਫੋਰੈਂਸਿਕ ਸਾਇੰਸ ਦਾ ਦਫ਼ਤਰ ਹੈਗਾ, ਔਰ ਉਹਦੇ 'ਤੇ ਜਦੋਂ ਗਵਾਹੀ ਆ ਜਾਂਦੀ, ਉਹ ਕਿੱਧਰ ਚੱਲ ਜਾਂਦੀ ਹੈ? ਕਈ ਜਗ੍ਹਾ 'ਤੇ ਜਿਹੜੀ ਜੁਡੀਸ਼ਰੀ ਹੈ, ਇਹ ਵੀ ਪਾਸਾ ਵੱਟ ਜਾਂਦੀ ਹੈ। ਇਹ ਵੀ ਗੱਲ ਹੈਗੀ। ਹਾਂ ਜੀ, ਕਿਉਂਕਿ ਹਾਲਾਤ ਇਦਾਂ ਦੇ ਨੇ, ਗਵਾਹ ਤੇ ਸਬੂਤ ਨਹੀਂ ਹੋਣਗੇ ਤੇ ਕੀ ਕੀਤਾ ਜਾਏ? ਬਸ ਉਹੀ। ਸੋ ਇਹ ਚੀਜ਼ਾਂ ਆ ਜਾਂਦੀਆਂ ਨੇ ਸਾਹਮਣੇ। ਸੋ ਗੌਤਮ ਅਡਾਨੀ, ਉਹਨਾਂ ਦੇ ਉੱਤੇ ਤੇ ਕਾਫੀ ਪਹਿਲਾਂ ਹਿੰਡਨਬਰਗ ਦੀ ਵੀ ਰਿਪੋਰਟ ਆਈ, ਫਿਰ ਉਹ ਵੀ ਕਾਫੀ ਜ਼ਿਆਦਾ ਚਰਚਾ 'ਚ ਰਹੀ, ਔਰ ਉਹਦੇ ਵਿੱਚ ਵੀ ਇਹ ਵਿਰੋਧੀ ਧਿਰਾਂ ਵੱਲੋਂ ਡਿਮਾਂਡ ਕੀਤੀ ਗਈ ਕਿ ਗਵਰਨਮੈਂਟ ਵੱਲੋਂ ਕੋਈ ਇੰਟਰੈਕਸ਼ਨ ਹੋਣੀ ਚਾਹੀਦੀ ਹੈ, ਗਵਰਨਮੈਂਟ ਵੱਲੋਂ ਕੋਈ ਸਟੇਟਮੈਂਟ ਹੋਣੀ ਚਾਹੀਦੀ ਹੈ। ਹੁਣ ਇੱਕ ਹੋਰ ਕਿ ਸ਼ੇਅਰਾਂ ਦੀ ਗੜਬੜੀ, ਉਹਦੀ ਤਾਜ਼ਾ ਰਿਪੋਰਟ ਆਈ ਹੈ ਕਿ ਗੌਤਮ ਅਡਾਨੀ ਵੱਲੋਂ ਸ਼ੇਅਰਾਂ ਵਿੱਚ ਗੜਬੜੀ ਕੀਤੀ ਗਈ ਹੈ। ਇੱਕ ਤਾਜ਼ਾ ਰਿਪੋਰਟ, ਇਹ ਮਾਰਸ਼ਿਸ ਦਾ ਜਿਹੜਾ ਸ਼ੇਅਰ ਹੋਏ ਸੀਗੇ, ਉਹਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਸ਼ੇਅਰ ਸਾਡੇ ਆ, ਔਰ ਇਹ ਨਿਵੇਸ਼ ਇਹਨਾਂ ਨੇ ਕੀਤਾ, ਪੈਸਾ ਇਹਨਾਂ ਦਾ ਆਪਣਾ, ਔਰ ਇਹਦੇ ਜਿਹੜਾ ਜ਼ਾਹਰ ਕੀਤਾ ਹਿੰਡਨਬਰਗ ਜਿਹੜੀ ਵਰਲਡ
ਜਿਹੜੀ ਇਨਫੋਰਮੇਸ਼ਨ ਆਰਗੇਨਾਈਜੇਸ਼ਨ ਆ ਉਹਦੇ ਵਿੱਚੋਂ ਇਹ ਰਿਪੋਰਟ ਹੁਣੇ ਲੇਟੈਸਟ ਆਈ ਆ ਔਰ ਉਹਦੇ ਵਿੱਚ ਰਾਹੁਲ ਗਾਂਧੀ ਨੇ ਵੀ ਬਿਆਨ ਦਿੱਤਾ ਕਿ ਆਹ ਦੇਖ ਲਓ ਜਿਹੜਾ ਅਸੀਂ ਪਾਰਲੀਮੈਂਟ ਵਿੱਚ ਲਿਆਉਣਾ ਚਾਹੁੰਦੇ ਸੀ ਹਿਡਨਬਰਗ ਦਾ ਮਸਲਾ ਜਿਹਦੇ 'ਚ ਸਾਰਾ ਕੁਝ ਸੈਬੀ 'ਤੇ ਆ ਗਿਆ ਸੀਗਾ, ਕੰਪਿਊਟਰ 'ਤੇ ਆ ਗਿਆ ਸੀਗਾ, ਉਹਨੂੰ ਅਸੀਂ ਚਰਚਾ ਦਾ ਵਿਸ਼ਾ ਬਣਾਉਣਾ ਚਾਹੁੰਦੇ ਸੀ ਪਾਰਲੀਮੈਂਟ ਦੇ ਵਿੱਚ, ਉਹ ਇਹਨਾਂ ਨੇ ਇਗਨੋਰ ਕਰ ਦਿੱਤਾ। ਹੁਣ ਨਵੀਂ ਰਿਪੋਰਟ ਆ ਗਈ ਹੈ ਔਰ ਇਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਡਾਲਰ ਕਿੰਨੇ $1000 ਤੋਂ ਵੀ $1 ਅਰਬ ਜਿਹੜਾ ਹੈਗਾ ਉਹ ਨਿਵੇਸ਼ ਜਿਹੜਾ ਇਹਨਾਂ ਨੇ ਕਮਾਇਆ ਪੈਸਾ ਉਹਦੇ 'ਚੋਂ। ਔਰ ਇਹ ਗੜਬੜੀ ਜਿਹੜੀ ਕੀਤੀ ਹੈ ਸ਼ੇਅਰ ਬਾਜ਼ਾਰ ਵਿੱਚ ਕੀਤੀ ਹੈ, ਆਪਣਾ ਪੈਸਾ ਲਾ ਕੇ ਆਪ ਹੀ ਰੇਟ ਵਧਾ ਕੇ ਆਪ ਹੀ ਸਾਰਾ ਕੁਝ ਕਰਕੇ ਉਹ ਪੈਸਾ ਆਪਣੀ ਜੇਬ ਵਿੱਚ ਪਾਇਆ। ਔਰ ਇਹ ਅਡਾਨੀ ਪਰਿਵਾਰ ਨੇ ਔਰ ਇਹਦੇ ਨਾਲ ਜਿਹੜੇ ਬਾਕੀ ਜਿਹੜੇ ਲੋਕ ਹੋਰ ਨੇ ਗਰੁੱਪ ਉਹਨਾਂ ਨਾਲ ਹੈਗਾ ਇਹ ਪੂਰੇ ਇਹ ਦੂਜਾ ਦੁਬਈ ਵਿੱਚ ਵੀ ਇਹ ਲੋਕ ਬੈਠੇ ਨੇ ਇਹਨਾਂ ਦੇ, ਇਹਦੇ ਵਿੱਚ ਸਵਿਟਜ਼ਰਲੈਂਡ ਵਿੱਚ ਵੀ ਬੈਠੇ ਇਹਨਾਂ ਦੇ ਸਾਰੇ ਲੋਕ ਔਰ ਇਹਦੇ ਵਿੱਚ ਇਹਨਾਂ ਨੇ ਦੱਸਿਆ ਕੈਨੇਡਾ ਅਮਰੀਕਾ ਵਿੱਚ ਵੀ ਲੋਕ ਇਹਨਾਂ ਦੇ ਹੈਗੇ ਆ। ਇਹ ਗੱਲ ਜਿਹੜੀ ਅਮਰੀਕਾ ਚੋਂ ਨਿਕਲ ਕੇ ਆਈ ਹੈ ਆ ਜਿਹੜੀ ਰਿਪੋਰਟ ਚੱਲੀ ਹੈ ਔਰ ਇਹਦੇ 'ਤੇ ਇੰਨੀ ਹੁਣ ਵਰਲਡ ਦੇ ਵਿੱਚ ਪੂਰਾ ਚਰਚਾ ਹੋ ਗਈ ਕਿ ਇੰਡੀਆ ਕੋਲ ਇੰਨਾ ਪੈਸਾ ਹੈਗਾ, ਇੰਡੀਆ ਦਾ ਜਿਹੜਾ ਨਿਵੇਸ਼ ਆ ਜਿਹੜਾ ਸ਼ੇਅਰ ਬਾਜ਼ਾਰ ਹੈ ਇੱਥੋਂ ਤੱਕ ਚਲੇ ਜਾਂਦਾ, ਉਹਦੇ ਅੱਗੇ ਤੇ ਡਾਲਰ ਵੀ ਖੜਾ ਨਹੀਂ ਹੁੰਦਾ ਜੋ ਕੁਛ ਉਹਨਾਂ ਕਿਹਾ ਵੀ ਇੰਨਾ ਪੈਸਾ ਕਿੱਥੋਂ ਹੁੰਦਾ। ਔਰ ਇਹਨਾਂ ਦੇ ਹੋਟਲ ਰੈਸਟੋਰੈਂਟ ਇਹਨਾਂ ਦੇ ਹਰ ਜਗ੍ਹਾ ਹਰ ਦੇਸ਼ ਦੇ ਵਿੱਚ। ਔਰ ਇਹਦੇ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਜੇ ਵਾਈਟ ਮਨੀ ਕਰਨੀ ਹੈ ਤਾਂ ਪੈਸਾ ਜਿੱਥੇ ਜਿੱਥੇ ਲੱਗਾ ਵਾ ਉਹਦੀ ਰਿਪੋਰਟ ਜ਼ਾਹਰ ਹੋ ਰਹੀ ਆ, ਪਤਾ ਕਰੋ ਇਹਨਾਂ ਦਾ ਪੈਸਾ ਕਿੱਥੇ ਕਿੱਥੇ ਲੱਗਾ, ਉਹਨੂੰ ਜਿਹੜੀ ਸਾਡੀ ਖੁਫੀਆ ਏਜੰਸੀਆਂ ਉਹ ਪਤਾ ਕਰਕੇ ਇੱਥੇ ਰਿਪੋਰਟ ਲਿਆਉਣ। ਪਰ ਉਹਦੀ ਨਹੀਂ ਸੁਣੀ ਗਈ ਕਿਉਂਕਿ ਮੌਜੂਦਾ ਸਰਕਾਰ ਕਾਂਗਰਸ ਨੇ ਉਹਦਾ ਕਿਹਾ ਜਿਹੜਾ ਹੈਗਾ ਉਹ ਕਿਸੇ ਨੇ ਮੰਨਣਾ ਨਹੀਂ। ਮੰਨਣਾ ਕਿੰਨਾ ਹੈਗਾ ਜਿਹੜੀਆਂ ਖੁਫੀਆ ਏਜੰਸੀਆਂ ਜਿਸ 'ਚ CBI ਆ, ਜਿਸ 'ਚ ED ਆ ਔਰ ਹੋਰ ਇੰਟੈਲੀਜੈਂਸ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ, ਕਿਸੇ ਨੇ ਉਹਦੇ ਵੱਲ ਤਵੱਜੋ ਨਹੀਂ ਦਿੱਤੀ। ਔਰ ਇਹ ਹੁਣ ਦੁਬਾਰਾ ਫਿਰ ਰਿਪੋਰਟ ਆ ਗਈ ਹੈ। ਹੁਣ ਸਾਰੀਆਂ ਅੱਜ ਅਖਬਾਰਾਂ 'ਚ ਸਾਰਾ ਮੀਡੀਆ ਇਹਦੇ 'ਤੇ ਚਰਚਾ ਹੋ ਰਿਹਾ। ਪਰ ਦੇਖ ਲਿਓ ਕੱਲ੍ਹ ਪਰਸੋਂ ਤੱਕ ਇਹ ਫਿਰ ਉਸੇ ਰੱਦੀ ਦੇ ਝੋਲੇ 'ਚ ਪੈ ਜਾਣਾ, ਫਿਰ ਉਹ ਸਟੋਕਰੀ 'ਚ ਚਲੇ ਜਾਣਾ ਜਿੱਥੇ ਅੱਗੇ ਪਈਆਂ ਦੀਆਂ ਅਡਾਨੀ ਦੀਆਂ। ਇਸ ਕਰਕੇ ਪੈ ਜਾਣਾ ਕਿਉਂਕਿ ਮੌਜੂਦਾ ਸਰਕਾਰ ਹੈਲਪਫੁਲ ਆ ਉਹਨਾਂ ਲਈ, ਉਹਨਾਂ ਦੇ ਲਈ ਸਾਰਾ ਕੁਝ ਕਰ ਰਹੀ ਆ, ਉਹਨਾਂ ਨੂੰ ਕਿਤੇ ਵੀ ਕੋਈ ਆਂਚ ਨਹੀਂ ਆਉਣ ਦਿੰਦੀ। ਉਹਨਾਂ ਨੂੰ ਫਿਰ ਫਿਕਰ ਕਾਹਦਾ ਹੈਗਾ, ਪੈਸਾ ਕਮਾਉਣਾ ਤਾਂ ਉਹਨਾਂ ਰੱਜ ਕੇ ਹੈਗਾ ਹੀ ਆ। ਉਹਦੇ ਵਿੱਚ ਬਾਕੀ ਜਿਹੜੇ ਮੰਤਰੀ ਸੰਤਰੀ ਸਾਰੇ ਉਹਨਾਂ ਦੇ ਵੀ ਸ਼ੇਅਰ ਹੈਗੇ ਆ, ਬੜਾ ਕੁਝ ਦੇਖੋ ਕਿੱਥੇ ਤੱਕ ਇਹ ਸਾਰੀ ਗੇਮ ਚੱਲਦੀ ਹੈ। ਸਹੀ ਗੱਲ। ਔਰ ਕੋਈ ਕਿਸੇ ਨੂੰ ਕਿਉਂ ਬਚਾਏਗਾ, ਉਹਦਾ ਕੋਈ ਆਪਣਾ ਇੰਟਰਸਟ ਹੋਏਗਾ, ਉਹਨੂੰ ਕੋਈ ਆਪਣਾ ਫਾਇਦਾ ਮਿਲਦਾ ਹੋਏਗਾ ਤਾਂ ਹੀ ਬਚਾਏਗਾ। ਬਿਲਕੁਲ ਤਾਂ ਕਿਉਂ ਬਚਾਏਗਾ, ਨਹੀਂ ਬਚਾਏਗਾ। ਹੁਣ ਇਹ ਜਿਹੜੀ ਪੋਲੀਟੀਕਲ ਪਾਰਟੀਜ਼ ਤੇ ਬਿਜ਼ਨਸਮੈਨ ਦੀ ਆਪਸ ਦੇ ਵਿੱਚ ਦੋਸਤੀ ਹੈ, ਇਹ ਦੋਸਤੀ ਇੱਕ ਦੂਜੇ ਨੂੰ ਤਾਂ ਬਚਾਉਂਦੀ ਹੈ ਪਰ ਦੇਸ਼ ਨੂੰ ਕੌਣ ਬਚਾਵੇ। ਉਹ ਇੱਕ ਦੂਜੇ ਨੂੰ ਬਚਾਉਂਦੀ ਹੈ ਤੇ ਪੈਸਾ ਵੀ ਪਹੁੰਚਾਉਂਦੀ ਹੈ। ਹਾਂਜੀ, ਇਸੇ ਕਰਕੇ ਦੋਸਤੀ ਹੁੰਦੀ ਆ। ਤੁਸੀਂ ਕਿਹੜਾ ਜਹਾਜ਼ ਆ ਜਦੋਂ ਜਾਂਦੇ ਆ, ਮਿਨਿਸਟਰ ਜਾਂਦੇ ਆ, PM ਜਾਂਦੇ ਆ, ਉਹਨਾਂ 'ਚ ਕਾਰਪੋਰੇਟ ਦੇ ਕੋਈ ਨਾ ਕੋਈ ਜਿਹੜਾ ਅਧਿਕਾਰੀ, ਕੋਈ ਨਾ ਕੋਈ ਉਹਦਾ ਮੁੱਖ ਅਧਿਕਾਰੀ ਬੈਠਾ ਹੁੰਦਾ ਉਹਦੇ ਵਿੱਚ। ਔਰ ਜਦੋਂ ਲੰਚ ਹੁੰਦਾ, ਡਿਨਰ ਹੁੰਦਾ, ਫਿਰ ਉਹ ਸ਼ਾਮਲ ਹੁੰਦੇ ਆ। ਤੁਸੀਂ ਕਦੇ ਵੀਡੀਓ 'ਤੇ ਵੇਖੋ ਜਿਹਦੇ ਵਿੱਚ ਸਾਰੇ ਉਹ ਲੋਕ ਬੈਠੇ ਹੁੰਦੇ ਆ, ਉਹ ਕਿੱਧਰੋਂ ਆ ਜਾਂਦੇ ਆ, ਉਹਨਾਂ ਦਾ ਕੀ ਰੋਲ ਉੱਥੇ ਹੈਗਾ। ਜਦੋਂ ਕੋਈ ਸੋਸ਼ਲ ਵਰਕਰ ਜਾ ਸਕਦੇ ਉੱਥੇ, ਪੱਤਰਕਾਰ ਜਾ ਸਕਦੇ ਉੱਥੇ, ਕਾਰਪੋਰੇਟ ਜਿਹੜਾ ਹੈਗਾ ਉਹ ਮੀਡੀਆ ਦੇ ਸਾਹਮਣੇ ਕੀ ਕਰਦਾ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੋਂ ਪਤਾ ਆਪਣੇ ਆਪ ਸੁਤੇ ਸਿੱਧ ਹੁੰਦਾ ਕਿ ਇਹਨਾਂ ਦਾ ਉਹਦੇ ਵਿੱਚ ਪਾਰਟ ਆ, ਉਹਨਾਂ ਦਾ ਹਿੱਸਾ ਹੈਗਾ ਤੇ ਸਾਂਝੀਵਾਲਤਾ ਹੈਗੀ ਹੈ ਪੈਸੇ ਦੇ ਲਿਹਾਜ਼ ਨਾਲ। ਬਿਲਕੁਲ। ਔਰ ਉਧਰੋਂ ਉਹਨਾਂ ਨੇ ਇਲੈਕਸ਼ਨਸ ਲੜਨੀਆਂ ਹੁੰਦੀਆਂ ਨੇ, ਕਹਿੰਦੇ ਨੇ ਕਿ ਬਿਜ਼ਨਸਮੈਨ ਉਹਨਾਂ ਨੂੰ ਇਲੈਕਸ਼ਨ ਫੰਡ ਦਿੰਦੇ ਨੇ, ਇਹ ਇਹਨਾਂ ਨੂੰ ਪੈਸਾ ਕਮਾਉਣ ਦਾ ਮੌਕਾ ਦਿੰਦੇ ਨੇ ਕਿਉਂਕਿ ਪੈਸਾ ਕਮਾਉਣਗੇ ਤਾਂ ਹੀ ਇਲੈਕਸ਼ਨ ਫੰਡ ਦੇਣਗੇ। ਔਰ ਇਸੇ ਕਰਕੇ ਵੱਡੇ ਵੱਡੇ ਕਾਰਪੋਰੇਟਸ ਦੇ ਜਿਹੜੇ ਕਰਜ਼ੇ ਨੇ ਉਹ ਮਾਫ ਕੀਤੇ ਜਾਂਦੇ ਨੇ ਕਿਉਂਕਿ ਇਲੈਕਸ਼ਨ ਫੰਡ ਜਾਣਾ ਹੈ। ਬਿਲਕੁਲ। ਸੋ ਇਹ ਕੀ ਚੱਲਦਾ ਪਿਆ ਔਰ ਜਨਤਾ ਦਾ ਪੈਸਾ ਹੈ, ਜਿੱਥੋਂ ਲੋਨ ਲੈਂਦੇ ਨੇ, ਜਿੱਥੋਂ ਕਰਜ਼ਾ ਲੈਂਦੇ ਨੇ। ਸੋ ਜਨਤਾ ਦੇ ਪੈਸੇ ਦਾ ਕਿੱਦਾਂ ਕਿੱਦਾਂ ਇਸਤੇਮਾਲ ਹੋ ਰਿਹਾ, ਸਭ ਦੇ ਸਾਹਮਣੇ ਸਭ ਕੁਝ ਐਕਸਪੋਜ਼ਡ ਆ, ਸਭ ਕੁਝ ਖੁੱਲਾ ਹੋ ਗਿਆ, ਜਿਹਨੂੰ ਕਹਿੰਦੇ ਨੇ ਨਾ ਨੰਗਾ ਸੱਚ ਹੈ। ਪਰ ਫਿਰ ਵੀ ਚੱਲਦਾ ਪਿਆ ਕਿਉਂਕਿ ਕੋਈ ਕੁਝ ਨਹੀਂ ਕਰ ਸਕਦਾ। ਜਿੱਦਾਂ ਚੱਲਦੇ ਰਹਿਣਾ, ਇਹ ਰੁਕਦਾ ਨਹੀਂ ਹੁੰਦਾ। ਜਿੱਦਾਂ ਆਪਾਂ ਗੱਲ ਕੀਤੀ ਕਰਪਸ਼ਨ ਦੀ, ਪੰਜਾਬ ਵਿੱਚੋਂ ਨਸ਼ੇ ਦੀ ਗੱਲ ਕੀਤੀ ਆ, ਅਜੇ ਤੱਕ ਕੋਈ ਉਹਦੇ 'ਤੇ ਬੰਨ ਲੱਗਿਆ। ਜਦੋਂ ਕਿ ਪੰਜਾਬੀ ਇੰਨਾ ਕੁਝ ਖਾਂਦੇ ਆ, ਦਰਿਆਵਾਂ ਦੇ ਵਹਿਣਾਂ ਨੂੰ ਮੋੜ ਦਿੰਦੇ ਆ, ਭੁੱਖੇ ਨੂੰ ਰੋਟੀ ਦੇ ਦਿੰਦੇ ਆ। ਜੇ ਕਿਤੇ ਕੋਈ ਬੰਦਾ ਪੀੜਤ ਹੈਗਾ ਉਹਦੇ ਲਈ ਇਹ ਲੰਗਰ ਲਾ ਦਿੰਦੇ ਆ, ਭੁੱਖਮਰੀ ਨੂੰ ਦੂਰ ਕਰ ਦਿੰਦੇ ਆ। ਔਰ ਜਿੱਥੇ ਕੋਈ ਚਾਹੁੰਦਾ ਉਹਦੇ ਲਈ ਇਹ ਆਪਣੀ ਜਾਨ ਨਿਸ਼ਾਵਰ ਕਰ ਦਿੰਦੇ ਆ। ਪਰ ਦੇਖ ਲਓ ਹੁਣ ਪੰਜਾਬੀਆਂ ਕੋ ਆਹ ਜਿਹੜਾ ਬੰਨ ਨਹੀਂ ਟੁੱਟਿਆ, ਨਸ਼ੇ ਦਾ ਨਹੀਂ ਟੁੱਟਿਆ, ਇਸ ਕਰਕੇ ਕਿ ਜਿਹੜੇ ਚੰਗੇ ਲੋਕ ਆ ਵਿਚਾਰੇ ਵਾਰ ਪਾਉਂਦੇ ਆ, ਪਰ ਜਿਹੜੇ ਮਾੜੇ ਲੋਕ ਆ ਉਹ ਤਸਕਰੀ ਕਰੀ ਜਾ ਰਹੇ। ਇਹ ਇਦਾਂ ਹੀ ਚੱਲਦੇ ਰਹਿਣਾ ਹੈ ਉਦੋਂ ਤੱਕ ਜੀ ਜਦੋਂ ਤੱਕ ਜਨਤਾ ਖੜੀ ਨਹੀਂ ਹੁੰਦੀ। ਬਿਲਕੁਲ। ਜਿੱਦਾਂ ਕਿਸਾਨ ਅੰਦੋਲਨ ਨੇ ਸਾਨੂੰ ਸਿਖਾਇਆ ਕਿ ਇਕੱਠੇ ਹੋ ਜਾਓ ਤੇ ਹਰ ਮੁਸ਼ਕਿਲ ਦਾ ਹੱਲ ਹੈ। ਜੇ ਜਨਤਾ ਇਦਾਂ ਹੀ ਇਕੱਠੀ ਹੋ ਜਾਵੇ, ਖੜੀ ਹੋ ਜਾਵੇ ਤਾਂ ਨਸ਼ੇ ਵੀ ਰੁਕਣਗੇ, ਇਹ ਕਾਰਪੋਰੇਟਸ ਤੇ ਰਾਜਨੀਤੀ ਦੀ ਦੋਸਤੀ ਵੀ ਟੁੱਟੇਗੀ, ਦੇਸ਼ ਵੀ ਬਚੇਗਾ, ਦੇਸ਼ ਵਾਸੀ ਵੀ ਬਚਣਗੇ, ਗਰੀਬੀ ਵੀ ਦੂਰ ਹੋਏਗੀ।
ਇਹ ਨਹੀਂ ਹੋਏਗਾ ਕਿ ਇੱਕ ਕੋਲ ਅੰਤਾਂ ਦੀ ਦੌਲਤ ਹੈ ਤੇ ਦੂਜਾ ਸੜਕ ਤੇ ਸੁੱਤਾ ਪਿਆ, ਇਹ ਨਹੀਂ ਹੋਏਗਾ। ਜਨਤਾ ਇਕੱਠੀ ਹੋ ਜਾਏ, ਜਨਤਾ ਇੱਕ ਦੂਜੇ ਦਾ ਸਾਥ ਦੇਵੇ, ਮਿਲ ਕੇ ਖੜੇ ਹੋ ਜਾਣ ਤਾਂ ਇਹ ਸਭ ਬੁਰਾਈਆਂ ਸਮਾਜ ਵਿੱਚੋਂ ਜਨਤਾ ਆਪ ਕੱਢ ਸਕਦੀ ਪਰ ਇਹ ਦ ਡਾਨ ਆਫ ਦਾ ਡੇ ਕਦੋਂ ਆਏਗੀ? ਇਹੀ ਤਾਂ ਜਿਹੜਾ ਅੱਛਾ ਦਿਨ ਕਦੋਂ ਆਊਗਾ? ਇਹ ਉਹੀ ਹੈ ਨਾ, ਫਿਰ ਰੰਗਲਾ ਪੰਜਾਬ ਆ ਜਾਂਦੇ ਆ, ਖੁਸ਼ਹਾਲ ਪੰਜਾਬ ਆ, ਇਹ ਸਾਡੀ ਨਾਅਰੇਬਾਜ਼ੀ ਜਾਂ ਹੋਏਗਾ ਹੈ ਨਾ, ਇਟ ਵਿਲ ਬੀ, ਪਰ ਹੋਣਾ ਕਦੋਂ ਹੈਗਾ ਉਹਦੇ ਤੇ ਕੋਈ ਅਜੇ ਤੱਕ ਡੇਟ ਨਹੀਂ, ਕੋਈ ਪਤਾ ਨਹੀਂ ਹੈਗਾ। ਇਹ ਹੁੰਦਾ ਵੀ ਅਸੀਂ ਇਹ ਗੱਲਾਂ ਕਰਕੇ ਆਪਣੇ ਮਨ ਨੂੰ ਢਾਰਸ ਦਿੰਦੇ ਆ, ਆਹ ਹੋ ਜਾਊਗਾ ਨਹੀਂ, ਹੱਲ ਹੈਗਾ, ਹੋਣਾ ਚਾਹੀਦਾ ਜਾਂ ਹੋਏਗਾ। ਇਹ ਨਹੀਂ ਕਹਿੰਦੇ ਵੀ ਹੋ ਗਿਆ ਕਦੋਂ। ਬਿਲਕੁਲ ਇਹ ਹੱਲ ਹੈ, ਜਿੰਨੀ ਜਲਦੀ ਹੋ ਜਾਵੇ, ਹੋ ਸਕਦਾ ਅੱਜ ਹੀ ਹੋ ਜਾਵੇ, ਰਾਤੋਂ ਰਾਤ ਹੋ ਜਾਵੇ, ਇਹ ਤਾਂ ਕੁਦਰਤ ਦਾ ਭਾਣਾ ਹੈ, ਪਰ ਇਹ ਹੋਏ ਤਾਂ ਹੀ ਇਹ ਮੁਸੀਬਤ ਦਾ ਹੱਲ ਹੋ ਸਕਦਾ, ਕਿਉਂਕਿ ਸਮਾਜ ਦਾ ਮਤਲਬ ਹੀ ਇਹ ਹੈ ਇੱਕ ਦੂਜੇ ਦੇ ਨਾਲ ਖੜੇ ਹੋਣਾ ਸੁੱਖ ਦੁੱਖ ਦੇ ਵਿੱਚ। ਇਹ ਨਹੀਂ ਕਿ ਇੱਕ ਬੰਦਾ ਦੂਜੇ ਨੂੰ ਲੁੱਟੀ ਜਾਵੇ ਤੇ ਬਾਕੀ ਚੁੱਪ ਕਰਕੇ ਬੈਠੇ ਰਹਿਣ, ਇਦਾਂ ਸਮਾਜ ਚੱਲਦਾ ਨਹੀਂ ਚੱਲਦਾ, ਸਭ ਨੂੰ ਇਕੱਠਾ ਹੋਣਾ ਪੈਣਾ। ਸਹੀ ਗੱਲ ਹੈ, ਤਾਂ ਕਹਿੰਦੇ ਵੀ ਏਕਤਾ ਵਿੱਚ ਬਰਕਤ ਹੈ, ਏਕਤਾ 'ਚ ਬਰਕਤ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਅੱਗੇ ਤੁਰੀਏ ਆਪਾਂ ਜੀ। ਅੱਗੇ ਜੀ ਹੁਣ ਆਉਂਦੇ ਆ ਇਲੈਕਸ਼ਨਸ ਦੇ ਉੱਤੇ, ਜਿਹੜੀਆਂ ਭਾਰਤ ਵਿੱਚ ਹੋਣੀਆਂ ਨੇ 2024 ਦੇ ਵਿੱਚ। ਕੁਝ ਕਹਿ ਰਹੇ ਨੇ ਕਿ ਸ਼ਾਇਦ ਦਸੰਬਰ ਵਿੱਚ ਨਾ ਹੋ ਜਾਣ, ਕੁਝ ਇਦਾਂ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ 2024 ਦੀ ਬਜਾਏ 2023 ਦੀ ਦਸੰਬਰ ਵਿੱਚ ਨਾ ਕਿਤੇ ਇਲੈਕਸ਼ਨਸ ਹੋ ਜਾਣ। ਇਦਾਂ ਦੀਆਂ ਵੀ ਕਈ ਅੰਦਾਜ਼ੇ ਦੀਆਂ ਗੱਲਾਂ ਸਾਹਮਣੇ ਮਈ ਤੱਕ ਆਉਂਦੀਆਂ। 2014 ਤੋਂ ਮਈ ਤੋਂ ਹੋਇਆ ਤੇ ਮਈ ਤੋਂ ਮਈ ਤੱਕ ਜਿਹੜਾ 5 ਸਾਲ ਬਣਦੇ ਆ, ਪਹਿਲਾਂ ਵੀ ਹੋ ਸਕਦਾ, ਇਹ ਤਾਂ ਉਹਨਾਂ ਦੇ ਪਹਿਲਾਂ ਕਰ ਦਿੰਦੇ ਕਿ ਇਹ ਸੁਣਨ ਚ ਆਈਆਂ ਨੇ ਗੱਲਾਂ, ਪਰ ਦੇਖੋ ਕੀ ਬਣਦਾ ਹੈ। ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਹਰਾਏਗੀ ਟੀਮ ਇੰਡੀਆ, ਜਿਹੜਾ ਨਵਾਂ ਗੱਠਜੋੜ ਬਣਾਇਆ ਹੈ, ਤਾਂ ਉਹ ਟੀਮ ਇੰਡੀਆ ਕਹਿੰਦੀ ਹੈ ਕਿ ਅਸੀਂ ਹਰਾਵਾਂਗੇ ਬੀਜੇਪੀ ਨੂੰ। ਇਹ ਜਿਹੜੇ ਸਮਾਜਵਾਦੀ ਪਾਰਟੀ ਦੇ ਕਰਤਾ ਧਰਤਾ ਮੁਖੀ ਨੇ ਅਖਿਲੇਸ਼ ਯਾਦਵ, ਉਹਨਾਂ ਯਾਦਵ ਨੇ ਕੀਤਾ ਇਹ ਐਲਾਨ। ਬੰਬੇ ਗਏ ਸੀ ਉਹ ਵੀ, ਔਰ ਉੱਥੇ ਲਾਲੂ ਯਾਦਵ ਜੀ ਉਹਨਾਂ ਨਾਲ ਹੈ, ਨਿਤਿਸ਼ ਕੁਮਾਰ ਜੀ ਆ, ਮਮਤਾ ਬੈਨਰਜੀ ਆ, ਔਰ ਕਈ ਉਹਦੇ 'ਚ ਮੁਖੀ ਨੇ ਪਾਰਟੀਆਂ ਦੇ, ਔਰ ਉਹਦੇ ਵਿੱਚ ਘੱਟੋ ਘੱਟ ਵੀ 35 ਤੋਂ ਉੱਪਰ ਜਿਹੜੀਆਂ ਪਾਰਟੀਆਂ ਦੇ ਜਿਹੜੇ ਮੁਖੀ ਪਹੁੰਚੇ ਉੱਥੇ, ਔਰ ਉਹਨੂੰ ਦੇ ਠਾਕਰ ਜੀ ਔਰ ਸ਼ਿਵ ਸੈਨਾ ਜੀ ਦੇ ਜਿਹੜੇ ਹੈੱਡ ਨੇ, ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ, ਔਰ ਰਾਤ ਉਹਨਾਂ ਨੂੰ ਬਹੁਤ ਵੱਡਾ ਭੋਜ ਡਿਨਰ ਦਿੱਤਾ ਉਹਨਾਂ ਨੂੰ, ਔਰ ਉਹਦੇ ਵਿੱਚ ਰਲ ਮਿਲ ਕੇ ਗੱਲਾਂ ਹੋਈਆਂ। ਔਰ ਸਭ ਤੋਂ ਪਹਿਲਾਂ ਕਨਵੀਨਰ ਦੀ ਜਿਹੜੀ ਸਿਲੈਕਸ਼ਨ, ਉਹਦੇ ਤੇ ਉਹਨਾਂ ਨੇ ਗੱਲਬਾਤ ਹੋ ਗਈ ਹੈ, ਔਰ ਉਹਦੇ ਵਿੱਚ ਸੀਟਾਂ ਦੀ ਵੰਡ ਦੀ ਗੱਲਬਾਤ ਹੋਈ ਹੈ ਵੀ ਕਿਹੜੀ ਸੀਟਾਂ ਕਿੱਥੇ ਕਿੱਥੇ ਜਾਣੀਆਂ। ਇੱਕ ਜਿਹੜੀ ਇੱਕ ਕਮੇਟੀ ਬਣਾ ਰਹੇ ਆ ਕਾਰਜਕਾਰਨੀ, ਜਿਹਦੇ 'ਚ ਕਮੇਟੀ ਡਿਵਾਈਡ ਹੋ ਜੂ ਹਰ ਸੂਬੇ ਦੇ ਵਿੱਚ, ਵੀ ਉਹਦੇ ਵਿੱਚ ਕੌਣ ਮੈਂਬਰ ਹੋਣਗੇ, ਉਹ ਨਿਯੁਕਤ ਕਰ ਰਹੇ ਆ ਉੱਥੇ ਬੈਠ ਕੇ, ਵੀ ਕਿਹੜੇ ਜਗ੍ਹਾ 'ਤੇ ਕਿਹੜੇ ਬੰਦੇ ਹੋਣਗੇ, ਔਰ ਟਿਕਟਾਂ ਦੀ ਵੰਡ ਕਿਸ ਤਰ੍ਹਾਂ ਕਰਨੀ ਹੈ। ਔਰ ਉਹਦੇ ਵਿੱਚ ਵੁੱਡ ਵੀ ਜਿਹੜਾ PM ਉਹਦਾ ਵੀ ਫੈਸਲਾ ਹੋ ਰਿਹਾ, ਔਰ ਉਹ ਫੈਸਲਾ ਕੋਲ ਮੀਟਿੰਗ ਜਿਹੜੀ ਹੈਗੀ ਆ ਅੰਤਮ ਸ਼ੋਹਾਂ 'ਤੇ ਹੈ, ਔਰ ਉਹਦੇ ਵਿੱਚ ਇਹਨਾਂ ਨੇ ਫਾਈਨਲ ਟੱਚ ਇਹੀ ਦਿੱਤਾ ਕਿ ਮੇਰਾ ਖਿਆਲ ਗੁਣਾ ਇਹਨਾਂ ਨੇ ਕਹਿਤਾ ਕਿ ਰਾਹੁਲ ਗਾਂਧੀ 'ਤੇ ਹੀ ਪੈ ਰਿਹਾ, ਔਰ ਨਿਤਿਸ਼ ਕੁਮਾਰ ਜੀ ਉਹਨਾਂ ਦਾ ਸਵਾਗਤ ਕਰ ਰਹੇ ਆ, ਕਿਉਂਕਿ ਨਿਤਿਸ਼ ਕੁਮਾਰ ਜੀ ਨੂੰ ਬੁਲਾਇਆ ਸੀ ਪਹਿਲਾਂ ਉਹਨਾਂ ਨੇ, ਮੁੱਖ ਮੰਤਰੀ ਬਿਹਾਰ ਨੇ, ਔਰ ਬੜੇ ਸੂਝਵਾਨ ਸ਼ਖਸੀਅਤ ਨੇ, ਔਰ ਲਾਲੂ ਯਾਦਵ ਜੀ ਉਹਨਾਂ ਦੇ ਨਾਲ ਦੇ ਨੇ, ਇਹਨਾਂ ਦਾ ਬੇਟਾ ਜਿਹੜਾ ਤੇਜਸਵੀ ਉੱਥੇ ਉਪ ਮੁੱਖ ਮੰਤਰੀ ਹੈ, ਔਰ ਇਹ ਬੜੇ ਲੋਕ ਉੱਥੇ ਪਹੁੰਚੇ ਆ, ਔਰ ਉਹਦੇ ਵਿੱਚ ਜਿੰਨੀ ਪਾਰਟੀਆਂ ਪਹੁੰਚੀਆਂ ਇਹ, ਪਰ ਇਹਦਾ ਜਿਹੜਾ ਖਦਸ਼ਾ ਜਿਹੜਾ ਬੀਜੇਪੀ ਨੂੰ ਹੋ ਗਿਆ, ਬੀਜੇਪੀ ਨੇ ਵੀ ਉੱਥੇ ਆਪਣੀ ਮੀਟਿੰਗ ਰੱਖੀ ਹੈ ਅੱਜ ਜਿਹੜੀ ਹੈਗੀ ਆ 1 ਤਰੀਕ ਹੈ, ਅੱਜ ਉਹਨਾਂ ਦੀ ਸਮਾਪਤ ਹੋ ਜਾਣੀ ਮੀਟਿੰਗ, ਔਰ ਉਦੋਂ ਬਾਅਦ ਉਹਨਾਂ ਦੀ ਬੀਜੇਪੀ ਦੀ ਜਿਹੜੀ ਉੱਥੋਂ ਦੀ ਕਾਰਜਕਾਰਨੀ ਮੀਟਿੰਗ ਉਹਦੀ ਉੱਥੇ ਹੈ। ਔਰ ਖਾਸ ਤੌਰ 'ਤੇ ਇਹ ਗੱਲ ਹੋਇਆ ਕਿ ਸਾਰਿਆਂ ਨੇ ਕਿਹਾ ਕਿ ਅਸੀਂ ਜਿਹੜੀ ਜਿੱਤ ਆ ਇੰਡੀਆ ਟੀਮ ਵੱਲੋਂ, ਉਹ ਬਿਲਕੁਲ ਸਾਡੇ ਗੁਰੂਆਂ ਦੇ ਅੱਗੇ ਆ, ਲੋਕ ਸਾਡਾ ਸਵਾਗਤ ਕਰ ਰਹੇ ਆ, ਲੋਕਾਂ ਨਾਲ ਅਸੀਂ ਜੋ ਵਾਅਦੇ ਕੀਤੇ ਪੂਰੇ ਕਰਾਂਗੇ। ਔਰ ਇਹਨਾਂ ਨੇ ਕਹਿਤਾ ਕਿ ਜੋ ਗਰੋਥ ਰੇਟ ਸੀਗਾ ਉਹ ਬਿਲਕੁਲ ਥੱਲੇ ਨੂੰ ਧੱਸਦਾ ਗਿਆ, ਮਹਿੰਗਾਈ ਬਹੁਤ ਹੋ ਗਈ, ਔਰ ਉਹਨਾਂ ਨੇ ਕਿਹਾ ਬਿਲਕੁਲ ਨੀਅਰ ਅਬਾਊਟ ਇਲੈਕਸ਼ਨ ਇਹਨਾਂ ਨੇ ਜਿਹੜਾ ਇਸ ਵੇਲੇ ਜਿਹੜੀ ਆ ਗੈਸ ਸਿਲੰਡਰ ਆ ਉਹ ਸਸਤਾ ਕਰਕੇ 200 ਰੁਪਏ ਤੇ ਦਿਖਾਤਾ ਕਿ ਆਹ ਹੈਗਾ। ਬੇਸਿਕਲੀ ਰਾਹੁਲ ਗਾਂਧੀ ਨੂੰ ਕਿਹਾ ਜਦੋਂ ਇਹ 400 ਰੁਪਏ ਦਾ ਹੈਗਾ, ਇਹਦੀ ਕੀਮਤ 400 ਰੁਪਈਆ, ਜਦੋਂ ਇਹ ਪਹਿਲਾਂ 260 ਰੁਪਏ ਰਿਹਾ, ਔਰ ਹੁਣ ਇਹਨਾਂ ਨੇ 400 ਤੋਂ ਬਾਅਦ ਜਿਹੜਾ ਹੁਣ 1100 ਦਾ ਸੀ, ਹੁਣ 900 ਰੁਪਏ ਨੂੰ ਮਿਲੂਗਾ, 200 ਘਟਾਤਾ। ਔਰ ਇਹਦੇ ਵਿੱਚ ਗਰੀਬ ਆਦਮੀ ਜਿਹੜਾ ਦਿਹਾੜੀਦਾਰ ਉਹ ਕੀ ਲਊਗਾ, ਮਜ਼ਦੂਰੀ ਕਰ ਰਿਹਾ ਉਹ ਕੀ ਕਰੂਗਾ, ਉਹਦੀ ਮਜਬੂਰੀ ਬਣ ਗਈ। ਇਹਨਾਂ ਨੇ ਕਹਿਤਾ ਕਿ ਹੁਣ ਜੋ ਕੀਤਾ ਹੈਗਾ ਇਹ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਸੀ ਹੈਗਾ ਕਿ 200 ਰੁਪਈਆ ਹੋਰ ਘੱਟ ਕਰ ਦਈਏ, ਹੁਣ ਇਹ ਵੱਧਦਾ 1100 ਦੇ ਉੱਤੇ ਚਲੇ ਗਿਆ। ਜਦੋਂ ਇਹ 2500 ਦਾ ਆਉਂਦਾ ਉਦੋਂ ਇਹਨਾਂ ਨੂੰ ਪਤਾ ਲੱਗਣਾ ਸੀਗਾ। ਦੂਜੀ ਗੱਲ ਇਹਨਾਂ ਨੇ ਕਹੀ ਹੈ, ਜਿੱਥੇ ਰੋਜ਼ ਦਿਹਾੜੀ ਲੋਕਾਂ ਦੀ ਵਰਤੋਂ ਆਉਂਦਾ ਵਾ ਡੀਜ਼ਲ ਔਰ ਪੈਟਰੋਲ, ਦੁੱਧ, ਇਹ ਚੀਜ਼ਾਂ ਜਿਹੜੀਆਂ ਬੇਸਿਕ ਹੈਗੀਆਂ, ਇਹ ਰੇਟ ਕਿੱਥੇ ਦੇ ਕਿੱਥੇ ਚਲੇ ਗਿਆ। ਦੁੱਧ 65-70 ਰੁਪਏ ਦੇ ਕਿਲੋ ਚਲੇ ਗਿਆ, ਘਿਓ ਲੋਕ ਖਾ ਕੇ ਜਵਾਨ ਜਿਹੜਾ ਹੁੰਦੇ ਆ ਉਹ ਕਿੱਥੇ ਚਲੇ ਗਿਆ, ਹੈ ਨਾ। ਬਾਕੀ ਰਿਹਾ ਜਿਹੜਾ ਪੈਟਰੋਲ ਅਤੇ ਡੀਜ਼ਲ ਆ, ਕਹਿੰਦੇ ਇਹਦੇ 'ਤੇ ਵੀ GST ਟੈਕਸ ਹੀ ਆ ਤੁਹਾਡੇ, ਇਹਨਾਂ ਰੇਟ ਜਿਹੜਾ ਵਰਲਡ ਮਾਰਕੀਟ ਵਿੱਚ ਨਹੀਂ ਜਿੰਨਾ ਇੰਡੀਆ ਵਿੱਚ ਹੈਗਾ,
ਕਈ J&K ਚਲ ਜਾਓ ਉੱਥੇ ਬਹੁਤ ਸਸਤਾ ਹੈਗਾ, ਚੰਡੀਗੜ੍ਹ ਚਲ ਜਾਓ ਉੱਥੇ ਇਹਦੇ ਨਾਲੋਂ ਰੇਟ ਘੱਟ ਹੈਗਾ। ਔਰ ਇਹ ਪੰਜਾਬ ਗੌਰਮੈਂਟ ਨੇ ਵੀ ਇਹਦੇ ਟੈਕਸ ਲਾਏ ਆ, ਕੇਂਦਰ ਨੇ ਵੀ ਲਾਏ ਆ। ਇਹ ਡਬਲ ਤੋਂ ਡਬਲ ਟੈਕਸ ਹੋ ਕੇ ਲੋਕ ਵਿਚਾਰੇ ਇਸ ਜਿਹੜੀ ਮਹਿੰਗਾਈ ਦੀ ਮਾਰ ਥੱਲੇ ਆ ਗਏ। ਬਿਲਕੁਲ ਸਹੀ ਗੱਲ ਹੈ। ਔਰ ਦੇਖੋ ਜੇ ਆਪਾਂ ਸਿੱਧੀ ਸਾਦੀ ਗੱਲ ਕਰੀਏ ਤਾਂ 1100 ਤੋਂ ਤੁਸੀਂ 900 ਲਿਆ, ਗੱਲ ਤਾਂ ਉੱਥੇ ਹੀ ਹੈ। ਉੱਥੇ ਹੀ ਹੈ। ਊਠ ਤੋਂ ਛਾਣਨੀ ਲਾਇਆ ਕੋਈ ਵੇਟ ਘਟਦਾ ਨਹੀਂ ਨਾ, ਊਠ ਨੇ ਤਾਂ ਫਿਰ ਉਦਾਂ ਹੀ ਚੱਲਣਾ। ਬਿਲਕੁਲ ਛਾਣਨੀ ਨਾਲ ਉਹਨੂੰ ਪਤਾ ਛਾਣਨੀ ਹੈਗੀ ਕਿ ਨਹੀਂ ਹੈਗੀ ਮੇਰੇ ਤੇ, ਇਹ ਹੈਗਾ ਹੈ ਨਾ। ਇਹ ਕਰ ਦਿੰਦੇ ਇਹ ਕੰਮ ਵੀ ਬਿਲਕੁਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਪੰਜਾਬੀ। ਇੱਕ ਬੰਦਾ ਘੋੜੇ ਤੇ ਹੈ ਨਾ, ਹਾਂ, ਤੇ ਉਹ ਘਾਹ ਦੀ ਪੰਡ ਚੁੱਕੀ ਉਹਨੇ ਆਪਣੇ ਸਿਰ ਤੇ ਰੱਖੀ ਹੋਈ। ਉਹਨੂੰ ਕਹਿੰਦੇ ਘੋੜੇ ਤੇ ਕਿਉਂ ਨਹੀਂ ਰੱਖਦਾ? ਕਹਿੰਦਾ ਹੁਣ ਸਾਰਾ ਬੋਝ ਘੋੜੇ ਤੇ ਥੋੜਾ ਘੋੜੇ ਤੇ ਪਾਉਣ। ਹਾਂ, ਮੈਂ ਆਪਣੇ ਸਿਰ ਤੇ ਵੀ ਤਾਂ ਪਾ ਲਵਾਂ ਬੋਝ। ਹੁਣ ਇਹ ਨਹੀਂ ਪਤਾ ਪਾਗਲ ਨੂੰ ਵੀ ਜਿਹੜਾ ਸਿਰ ਵਾਲਾ ਭਾਰ ਤੇ ਦਾ ਤੁਹਾਡਾ ਬੋਡੀ ਦਾ ਭਾਰ ਤੇ ਘੋੜੇ ਦੀ ਪਿੱਠ ਤੇ ਹੀ ਹੈ। ਇਹ ਤਾਂ ਘੋੜੀ ਦੀ ਪਿੱਠ ਤੇ ਰਿਹਾ। ਹਾਂ, ਸੋ ਆਪਾਂ ਅੱਗੇ ਤੁਰੀ। ਅੱਜ ਮੀਟਿੰਗ ਵੀ ਹੈਗੀ ਹੈ ਜੀ ਹਾਂ, ਇਸ ਇੰਡੀਆ ਟੀਮ ਦੀ ਮੁੰਬਈ ਦੇ ਵਿੱਚ ਮੈਂ ਤਾਂ ਕਿਹਾ ਵੀ ਇਹ ਬੜੀ ਅੰਤਮ ਸ਼ੋਹਾਂ ਤੇ ਅੰਤਿਮ ਸ਼ੋਹਾਂ ਤੇ ਹੈ। ਬਿਲਕੁਲ। ਸੋ ਇਹ ਸਭ ਗੱਲਾਂ ਹੋਣ ਜਾ ਰਹੀਆਂ ਨੇ। ਤੇ ਇਧਰੋਂ ਪੰਜਾਬ ਗਵਰਨਮੈਂਟ ਨੇ ਯੂ ਟਰਨ ਲੈ ਲਈ ਹੈ, ਪੰਚਾਇਤਾਂ ਭੰਗ ਕੀਤੀਆਂ ਸੀ ਤੇ ਫਿਰ ਤੋਂ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਇਹ ਫੈਸਲਾ ਵਾਪਸ ਲਿੱਤਾ ਗਿਆ ਕਿਉਂਕਿ ਹਾਈ ਕੋਰਟ ਨੇ ਖਿਚਾਈ ਕੀਤੀ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਹਾਈ ਕੋਰਟ ਨੇ ਖਿਚਾਈ ਵੀ ਕੀਤੀ, ਫਟਕਾਰ ਵੀ ਪਾਈ ਹੈ ਕਿ ਤੁਸੀਂ ਪਹਿਲਾਂ ਮੁਲਾਂਕਣ ਕੀਤਾ ਸੀ, ਸਰਵੇ ਕੀਤਾ ਸੀ ਕਿ ਕੀ ਕੀਤਾ ਸੀ ਜਦ ਪੰਜਾਬ ਦੇ ਵਿੱਚ ਬਾਕੀ ਲੋਕਾਂ ਨਾਲ ਗਏ। ਔਰ ਇਹਨਾਂ ਨੇ ਜਵਾਬ ਦਿੱਤਾ ਕਿ ਸਾਡਾ ਮਹਿਕਮਾ ਜਿਹੜਾ ਸੀਗਾ ਉਹਦੇ ਵਿੱਚ ਜਿਹੜੇ IAS ਅਫੀਸਰ ਸੀ ਅਸੀਂ ਉਹਨਾਂ ਨੂੰ ਕਿਹਾ ਸੀਗਾ, ਉਹਨਾਂ ਨੇ ਪੂਰਾ ਪ੍ਰਪੋਜ਼ਲ ਬਣਾਇਆ ਔਰ ਮੁੱਖ ਮੰਤਰੀ ਨੇ ਉੱਤੇ ਸਾਈਨ ਕਰ ਦਿੱਤੇ, ਜਿਹਦੇ 'ਚ ਮਿਸਟਰ ਖਹਿਰਾ ਨੇ, ਗੁਰਪ੍ਰੀਤ ਖਹਿਰਾ ਡਾਇਰੈਕਟਰ ਪੰਚਾਇਤ, ਉਹ ਤੇ ਇੱਕ ਨਾਲ ਤਿਵਾੜੀ ਜੀ ਉਹ ਜਨਰਲ ਸੈਕਟਰੀ ਸੀ, ਉਹਨਾਂ ਨੂੰ ਇਹਨਾਂ ਨੇ ਇਮੀਡੀਏਟ ਸਸਪੈਂਡ ਕਰਤਾ IAS ਅਫੀਸਰ ਦੋ ਨੂੰ ਕਿ ਉਹਨਾਂ ਨੇ ਗਲਤ ਰਿਪੋਰਟ ਦਿੱਤੀ ਆ। ਔਰ ਉਹਨਾਂ ਨੂੰ ਪੁੱਛਿਆ ਜਦੋਂ ਗਿਆ ਵੀ ਕਿਉਂ ਇਹ ਕੀਤਾ ਸਾਰਾ ਕੁਝ, ਕਹਿੰਦੇ ਜੀ ਪਿਛਲੀ ਸਰਕਾਰਾਂ ਵੀ ਇਦਾਂ ਹੀ ਕਰਦੀਆਂ ਸੀ, ਅਸੀਂ 2 ਮਹੀਨੇ ਪਹਿਲਾਂ ਕਰ ਦਿੱਤਾ ਔਰ ਉਹਨਾਂ ਨੇ 4-4 ਮਹੀਨੇ ਪਹਿਲਾਂ ਕੀਤਾ ਸੀਗਾ, ਅਸੀਂ 2 ਮਹੀਨੇ ਪਹਿਲਾਂ। ਭਗਵੰਤ ਮਾਨ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਲਿਖਤੀ ਪੜ੍ਹਤੀ ਤਨਖਾਹਾਂ ਲੈਂਦੇ ਜੇ, ਮੈਨੂੰ ਤੇ ਇਹਦੇ ਬਾਰੇ ਨਾ ਮੈਂ ਨਹੀਂ ਭੋਗ ਕੀਤਾ ਜਾਂ ਮੇਰੇ ਕੋਲ ਹੋਰ ਕੰਮ ਹੈਗੇ ਆ, ਹੜ੍ਹ ਆਇਆ ਕਈ ਕੁਛ ਹੈਗਾ, ਪਰ ਉਹ ਫਿਟਕਾਂ ਉੱਧਰੋਂ ਕੋਰਟ ਵੱਲੋਂ ਦਾ ਮੈਨੂੰ ਸਾਰਾ ਪੈ ਗਈਆਂ, ਮੈਨੂੰ ਤੂੰ ਸਾਰਾ ਕੁਝ ਕਰ ਦਿੱਤਾ। ਇਹੀ ਹੁੰਦਾ ਖਚਾਈ ਦਾ ਮਤਲਬ ਇਹ ਹੈਗਾ। ਫਿਰ ਇਹਨਾਂ ਨੂੰ ਉਸ ਵੇਲੇ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਔਰ ਇਹਨਾਂ ਨੇ ਜਾਚਕਾ ਦਾਇਰ ਕੀਤੀ ਸੀ ਹਾਈ ਕੋਰਟ ਵਿੱਚ। ਜਾਚਕਾ ਦਾ ਜਿਹੜਾ ਪੁੱਛ ਪੜਤਾਲ ਹੋਣੀ ਸੀ, ਇਮੀਡੀਏਟ ਉਹਨਾਂ ਨੇ ਸਟੇ ਦੇ ਦਿੱਤਾ ਸੀਗਾ। ਹੁਣ 13,000 ਪਿੰਡ ਆ ਪੰਜਾਬ ਦੇ, ਪਿੰਡ ਮਤਲਬ ਹੋ ਗਏ ਤੇ ਨਾਲ ਹੀ ਪੰਚਾਇਤਾਂ 13,000 ਹੈ। ਬਿਲਕੁਲ। ਔਰ 13,000 ਪੰਚਾਇਤਾਂ ਨੂੰ ਇਹਨਾਂ ਨੇ ਬਿਲਕੁਲ ਉੱਥੇ ਨੁਕਰੇ ਲਾ ਦਿੱਤਾ ਜਿੱਥੇ ਕੋਈ ਵੀ ਉਹਨਾਂ ਦੀ ਪੁੱਛਤਾਛ ਨਹੀਂ ਕਰ ਸਕਦਾ। ਔਰ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਸੀ ਹਾਈ ਕੋਰਟ ਨੇ ਕਹਤਾ ਸੀ ਜਿਹੜਾ ਫੰਡ ਆ ਜੇ ਉੱਤੇ ਜੇ ਦੁਰਵਰਤੋਂ ਨਾ ਹੋਵੇ ਲੈ ਭਲੇ ਉਹ ਮਾਨਸੋ, ਫੰਡ ਤਾਂ ਗੌਰਮੈਂਟ ਦਾ ਹੀ ਆ, ਉਹਨਾਂ ਲੋਕਾਂ ਤੇ ਕੰਮ ਕਰਨਾ, ਜਿਹੜਾ ਫੜਿਆ ਜਾਊਗਾ ਉਹ ਤਾਂ ਆਪੇ ਚੋਰ ਹੈਗਾ, ਉਹਦੇ ਤੇ ਫਿਰ ਤਾਂ ਕਰੋ ਕੇਸ ਦਾਇਰ ਕਰੋ। ਪੁਲਿਸ ਤੁਹਾਡੀ ਕਾਹਦੇ ਲਈ ਬੈਠੀ ਉੱਤੇ ਜਾਂ ਥਾਣਾ ਕਾਹਦੇ ਲਈ ਬੈਠਾ ਉੱਤੇ, ਉਹ ਉਹਨਾਂ ਨੂੰ ਪਤਾ ਸ਼ਿਕਾਇਤ ਕਰਨਗੇ ਲੋਕ। ਜੇ ਪੈਸਾ ਇਹ ਹੈਗਾ ਵੀ ਲੋਕਾਂ ਤੱਕ ਨਹੀਂ ਜਾਣ ਦੇਣਾ, ਜਿਸ 'ਚ ਮਨਰੇਗਾ ਦਾ ਪੈਸਾ ਵੀ ਸੀ, ਬਾਕੀ ਵੀ ਫੰਡ ਸੀਗੇ, ਨਾਲੀਆਂ ਬਣਨੀਆਂ ਸੀਗੀਆਂ ਔਰ ਪੁਲੀਆਂ ਬਣਨੀਆਂ ਸੀਗੀਆਂ, ਪਿੰਡਾਂ 'ਚ ਨਹਿਰਾਂ ਖਾਲਾ ਬੜਾ ਕੁਝ ਬਣਨਾ ਸੀਗਾ, ਉਹ ਪਿੰਡਾਂ ਲਈ ਪੈਸਾ, ਜਦੋਂ ਕਿ 80% ਤਾਂ ਲੋਕ ਪਿੰਡਾਂ 'ਚ ਰਹਿ ਰਹੇ ਤੇ ਤੁਸੀਂ ਕਿਹਦੀ ਗੱਲ ਕਰਦੇ ਜੀ? ਜਿਹੜਾ 20% ਲੋਕ ਸ਼ਹਿਰ ਦੇ ਵਿੱਚ ਹੈਗੇ ਔਰ ਉਹਨਾਂ ਲਈ ਤੁਸੀਂ ਬਹੁਤ ਵੱਡੀ ਜਿਹੜੀ ਹੈਗੀ ਆ ਇਹ ਗਲਤੀ ਕਰਕੇ ਤੇ ਪੰਚਾਇਤਾਂ ਭੰਗ ਕਰ ਦਿੱਤੀਆਂ। ਬਕਾਇਦਾ ਇਹਨਾਂ ਨੂੰ ਦੁਬਾਰਾ ਨੋਟੀਫਿਕੇਸ਼ਨ ਲੈਣਾ ਪਿਆ, ਕਿੱਡੀ ਵੱਡੀ ਗਲਤੀ ਆ ਔਰ ਕਿੰਨਾ ਵੱਡਾ ਜਿਹੜਾ ਖਮਿਆਜਾ ਭੁਗਤਣਾ ਪਿਆ ਗੌਰਮੈਂਟ ਨੂੰ। ਔਰ ਜੇ ਇਲੈਕਸ਼ਨ ਜਲਦੀ ਕਰਾਉਂਦੇ ਤਾਂ ਫਿਰ ਉਹਨਾਂ ਨੂੰ ਪੈਸਾ ਹੋਣਾ ਸੀ। ਹੁਣ ਦੇਖੋ ਉਹਨਾਂ ਸਰਪੰਚਾਂ ਨੂੰ ਦੁਬਾਰਾ ਇਲੈਕਟ ਹੋ ਗਿਆ, ਉਹ ਦੁਬਾਰਾ ਇਲੈਕਟਡ ਹੀ ਹੈ ਕਿਉਂਕਿ ਪਹਿਲਾਂ ਹੀ, ਔਰ ਉਹ 6 ਮਹੀਨੇ ਫਿਰ ਲੋਕਾਂ ਦੀ ਸੇਵਾ ਕਰਨਗੇ। ਔਰ ਇਹ ਜਿੰਨੇ ਜਦੋਂ ਭਗਵੰਤ ਮਾਨ ਜੀ ਜਦੋਂ ਦੀ ਸਰਕਾਰ ਹੈ ਇਹਨਾਂ ਕੋਲ ਬਹੁਤ ਮੁੱਦੇ ਕੰਮ ਹੁੰਦੇ ਰਹੇ, ਕੋਈ ਚੱਜ ਦਾ ਕੰਮ ਸਮਝੋ ਕਿ ਨਹੀਂ ਹੋਇਆ। ਜਿਹੜਾ ਕਹਿੰਦੇ ਜਾਂ ਬਿਜਲੀ ਦੇ ਦਿੱਤੀ 300 ਯੂਨਿਟ 600 ਯੂਨਿਟ ਜਿਹੜੀ ਦਿੱਤੀ ਆ ਉਹ ਦਿੱਤੀ, 1-2-4 ਜਿਹੜੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਬੱਚਿਆਂ ਨੂੰ, ਇਹ ਹੋਇਆ। ਬਾਕੀ ਬਹੁਤ ਉਲਟੇ ਕੰਮ ਵੀ ਬਹੁਤ ਹੋਏ ਆ ਕਿਉਂਕਿ ਇਸ ਕਰਕੇ ਹੋਇਆ ਜਿਹੜਾ ਹੁਣ ਫੜਿਆ ਗਿਆ ਇਹਦੇ 'ਚ ਮਹਿਕਮਾ ਹੀ ਜਿਹੜਾ ਹੈਗਾ ਉਹ ਹੀ ਗਲਤ ਕੰਮ ਕਰ ਰਿਹਾ। ਡਾਇਰੈਕਟਰ ਜਿਹੜਾ ਖਹਿਰਾ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਮੈਂ ਕਿਉਂ ਕਰ ਰਿਹਾ, ਉਹ ਵੀ ਪਿੰਡਾਂ 'ਚੋਂ ਗਏ ਆ, ਪਿੰਡਾਂ 'ਚੋਂ ਪੜ੍ਹ ਕੇ ਗਏ ਆ, ਪੰਜਾਬ ਦੇ ਲੋਕ ਹੈਗੇ ਆ, ਹਰ ਇੱਕ ਨੂੰ ਪਤਾ ਹੈਗਾ ਪੰਚਾਇਤ ਦੀ ਅਵਧੀ ਸਮਾਂ ਕਿੰਨਾ ਹੁੰਦਾ, ਕਿਉਂ ਉਹਨਾਂ ਨੂੰ 6 ਮਹੀਨੇ ਪਹਿਲਾਂ ਕਰ ਦਿੱਤਾ। ਹੁਣ ਉਹ ਜਦੋਂ ਇਹ ਰੌਲਾ ਪਿਆ ਹੁਣ ਸ਼ਰਮਿੰਦਗੀ ਜਿਹੜੀ ਇਹਨਾਂ ਨੂੰ ਮਹਿਸੂਸ ਹੁੰਦੀ ਹੈ। ਇਹ ਗੱਲ ਬਿਲਕੁਲ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਜੀ। ਤੇ ਹੁਣ ਆਪਾਂ ਥੋੜੀ ਫਿਲਮ ਜਗਤ ਦੀ ਗੱਲ ਕਰੀਏ ਜ਼ਰੂਰ। ਇੱਕ ਆਪਣਾ ਆਖਰੀ ਮਸਲਾ ਲੈਨੇ ਆ। ਫਿਲਮ ਯਾਰੀਆਂ 2 ਉਹਦੀ ਟੀਮ ਦੇ ਖਿਲਾਫ ਕੇਸ ਦਰਜ ਹੋ ਗਿਆ ਸਾਡੇ ਜਲੰਧਰ ਦੇ ਵਿੱਚ ਜੀ। ਇਹ ਕੀ ਮਾਮਲਾ ਹੈ? ਇਹ ਮਾਮਲਾ ਇਸ ਤਰ੍ਹਾਂ ਦਾ, ਇਹਨਾਂ ਟ੍ਰੇਲਰ ਜਾਰੀ ਕੀਤਾ ਸੀ ਇਹਨਾਂ ਨੂੰ, ਜਿਹੜਾ ਟ੍ਰੇਲਰ ਫਿਲਮ ਯਾਰੀਆਂ 2 ਦਾ ਸੀਗਾ, ਅੱਗੇ ਵੀ ਕਈ ਫਿਲਮ, ਉਹਦੇ ਵਿੱਚ ਜਿਹੜੀਆਂ ਧਾਰਮਿਕ ਭਾਵਨਾ ਉਹਨਾਂ ਨੂੰ ਠੇਸ ਪਹੁੰਚੀ ਸੀ। ਇਹਨਾਂ ਨੇ ਜਿਹੜਾ 5 ਕਕਾਰ ਆ ਗੁਰੂ ਸਾਹਿਬਾਨ ਵੱਲੋਂ 10ਵੇਂ ਪਾਤਸ਼ਾਹ ਵੱਲੋਂ ਅਰਪਣ ਕੀਤੇ ਆ, ਜਿਹੜੇ ਵੀ ਅੰਮ੍ਰਿਤਧਾਰੀ ਸਿੰਘ ਨੇ ਉਹਨਾਂ ਲਈ ਉਹ ਗਾਤਰਾ ਪਾਉਂਦੇ ਨੇ ਔਰ ਉਹਦੇ ਉੱਤੇ ਉੱਪਰ ਪਾਇਆ ਹੁੰਦਾ ਪਟਾ ਗਲ ਦੇ ਵਿੱਚ ਪਾ ਕੇ, ਜਿਹੜਾ ਅੰਮ੍ਰਿਤਧਾਰੀ ਹੈ ਜਿਹਦੇ ਬਾਕੀ ਵੀ 5 ਕੱਕੇ ਕੋਲੇ ਨੇ,
ਉਹਦੇ 'ਚ ਕੱਛਾ ਕੜਾ ਕੰਗਾ ਕਿਰਪਾਨ ਸਾਰੇ ਆਉਂਦੇ ਆ, ਕੇਸ ਕੇਸ ਵੀ ਨਾਲ ਹੀ ਆਉਂਦੇ। ਔਰ ਇਹ ਮੁੰਡਾ ਤਾਂ ਮੋਨਾ ਹੈਗਾ, ਪਰ ਇਹਨਾਂ ਨੂੰ ਇਹ ਟ੍ਰੇਲਰ ਦੇਣ ਦਾ ਮਤਲਬ ਨਹੀਂ ਸੀ ਗਿਆ। ਔਰ ਸੈਂਸਰ ਬੋਰਡ ਜਿਹੜਾ ਹੈਗਾ ਦਿੱਲੀ, ਉਹਨੇ ਵੀ ਨਹੀਂ ਵੇਖਿਆ। ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਲੋਕ ਸੂਝਵਾਨ ਬੈਠੇ ਹੁੰਦੇ ਆ, ਉਹਨਾਂ ਨੂੰ ਪਤਾ ਹੈਗਾ ਕਿ ਇੱਕ ਧਰਮ ਤੇ ਵੱਡੀ ਜਿਹੜੀ ਠੇਸ ਹੈਗੀ ਆ। ਔਰ ਇਹ ਜਦੋਂ ਵਾਲ ਕੱਟੇ ਹੋਏ ਨੇ ਤੇ ਗਾਤਰਾ ਸਾਹਿਬ ਪਾਏ ਹੋਏ, ਸ੍ਰੀ ਸਾਹਿਬ ਪਾਏ ਹੋਏ, ਓਕੇ ਆਹੋ ਪਾ ਕੇ ਤੇ ਘੁੰਮ ਰਿਹਾ। ਔਰ ਕੋ ਬੱਸ ਦੇ ਵਿੱਚ ਐਂਟਰੀ ਉਹਦੀ, ਅਜਾਨ ਆ ਮੁੰਡਾ ਜਿਹੜਾ ਐਕਟਰ ਹੈਗਾ, ਜਿਹੜਾ ਗਾਣੇ ਤੇ ਫਿਲਮਾਇਆ। ਔਰ ਉਹ ਜਦੋਂ ਟੀ ਸੀਰੀ ਇਹਦੇ ਵਿੱਚ ਗਾਣਾ ਉਹਨਾਂ ਦਾ, ਮਿਊਜ਼ਿਕ ਉਹਨਾਂ ਦਾ, ਡਾਇਰੈਕਸ਼ਨ ਜਿਹੜਾ ਹੈਗੇ ਆ ਉਹ ਭੂਸ਼ਣ ਕੁਮਾਰ ਡਾਇਰੈਕਟਰ, ਪ੍ਰੋਡਿਊਸਰ ਨੇ ਇਹਦੇ। ਔਰ ਇਹਦੇ ਵਿੱਚ ਸਾਰਿਆਂ ਤੇ ਕੇਸ ਹੋਇਆ, ਡਾਇਰੈਕਟਰ ਤੇ ਔਰ ਪ੍ਰੋਡਿਊਸਰ ਤੇ ਐਕਟਰ ਤੇ ਔਰ ਜਿਹੜੇ ਵੀ ਇਹਦੇ ਨਾਲ ਇਨਵੋਲਵਡ ਨੇ ਬਾਕੀ। ਔਰ ਉਹ ਕੇਸ ਜਿਹੜਾ ਇੱਕ ਤਾਂ ਆਦਮਪੁਰ ਤੋਂ ਹੋਇਆ, ਤਰਨਾ ਦਲ ਜਿਹੜਾ ਨਿਹੰਗਾਂ ਦਾ, ਉਹਨਾਂ ਵੱਲੋਂ ਹੋਇਆ। ਔਰ ਦੂਜਾ ਕੇਸ ਇੱਥੋਂ ਜਲੰਧਰ 'ਚ ਵੀ ਹੋਇਆ। ਔਰ ਇਹ ਕੇਸ FIR ਲੌਜ ਹੋ ਗਈ, ਇਹਦੇ ਤੇ ਕੇਸ ਦਰਜ ਹੋ ਗਿਆ। ਪਰ ਇਹ ਜਦੋਂ ਇਹਨਾਂ ਨੂੰ HGPC ਨੇ ਵੀ ਇਹ 'ਚ ਰੋਸ ਪ੍ਰਗਟਾਇਆ, ਉਹ ਕਹਿੰਦੇ ਸਾਡੀ ਵੀ ਚੇਤਾਵਨੀ, ਅਸੀਂ ਵੀ ਦੇਖਾਂਗੇ। ਜੇ ਤੁਸੀਂ ਕੁਝ ਕਰਨਾ ਪਹਿਲਾਂ ਉਹ ਸੈਂਸਰ ਬੋਰਡ ਤੋਂ ਇਲਾਵਾ ਆਪਣੇ ਪੰਜਾਬ 'ਚ HGPC ਹੈ, ਇਹਦੇ ਕਿਸੇ ਨੁਮਾਇੰਦੇ ਨੂੰ, ਅਧਿਕਾਰੀ ਨੂੰ ਦਿਖਾਓ। ਜਦੋਂ ਬਣਾਉਂਦੇ ਸੀ ਨਾ, ਜਦੋਂ ਬਣਾਉਂਦੇ ਕੋਈ ਧਾਰਮਿਕ ਫਿਲਮ ਜਾਂ ਉਹਦੇ ਵਿੱਚ ਕੋਈ ਸੀਨ ਹੁੰਦਾ, ਉਹ ਦਿਖਾਇਆ ਜਾਂਦਾ। ਜੇ ਤੁਹਾਨੂੰ ਪਤਾ ਨਹੀਂ ਗਾ ਤੇ ਉਹਦੇ ਤੇ ਤੁਸੀਂ ਇਹਨਾਂ ਨੂੰ ਦਿਖਾ ਦਿਓ। ਦੂਜਾ ਜਿਹੜਾ ਡਾਇਰੈਕਟਰ ਉਹਨੇ ਕਿਹਾ ਸੀ ਨਹੀਂ ਜੀ ਇਹ ਤਾਂ ਅਸੀਂ ਤਦ ਕੀਤਾ, ਇਹ ਖੋਖਰੀ ਆ। ਖੋਖਰੀ ਜਿਹੜੀ ਹੈਗੀ ਹੈ ਇਹ ਨੇਪਾਲੀ ਗੋਰਖੇ ਪਾਉਂਦੇ ਆ। ਖੋਖਰੀ ਜਿਹੜੀ ਉੱਪਰ ਨੂੰ ਪੈਂਦੀ ਇੰਜ ਕਰਕੇ, ਉਹਦੇ ਨਾਲ ਚਮੜੇ ਦਾ ਬਣਾਇਆ ਹੁੰਦਾ ਸਾਰਾ, ਉਹ ਨਜ਼ਰ ਆਉਂਦੀ, ਉਹ ਲੰਬੀ ਹੁੰਦੀ ਹੈ। ਇਹ ਤਾਂ ਗਾਤਰਾ ਹੈਗਾ, ਕਿਰਪਾਨ ਹੈ, ਉਹਦੇ 'ਚੋਂ ਨਾਲ ਪਟਾ ਪੂਰੇ ਦਾ ਪੂਰਾ ਨਜ਼ਰ ਆਉਂਦਾ। ਔਰ ਪੰਜਾਬੀ ਤੁਸੀਂ ਹੈਗੇ ਜੀ, ਪੰਜਾਬ ਦੇ ਹਰ ਕੌਮ ਨੂੰ, ਹਰ ਜਿਹੜਾ ਅਧਿਕਾਰੀ ਹੈ ਔਰ ਹਰ ਜਿਹੜਾ ਧਾਰਮਿਕ ਨੇਤਾ ਜਾਂ ਧਰਮ ਦੇ ਪੈਰੋਕਾਰ ਨੇ, ਸਾਰਿਆਂ ਨੂੰ ਪਤਾ ਵੀ ਸਿੱਖਾਂ 'ਚ ਮੌਜੂਦਾ ਕੀ ਪਰੰਪਰਾ ਨੇ, ਹਿੰਦੂਆਂ 'ਚ ਕੀ ਪਰੰਪਰਾ ਨੇ, ਮੁਸਲਮਾਨਾਂ ਦੀਆਂ ਕੀ ਪਰੰਪਰਾ ਨੇ, ਜੈਨੀਆਂ ਦੀਆਂ ਹੈ ਨਾ, ਉਹਦੇ ਵਿੱਚ ਬੋਧੀਆਂ ਦੀ ਕੀ ਪਰੰਪਰਾ ਨੇ। ਜੇ ਅਸੀਂ ਇਹਨੂੰ ਨਹੀਂ ਪੜਾਂਗੇ ਤਾਂ ਕੀ ਪੜਾਂਗੇ? ਫਿਰ ਅਸੀਂ ਕਿਤਾਬਾਂ ਨੂੰ ਘੋਟਾ ਹੀ ਲਾਉਣਾ ਹੈਗਾ। ਜੇ ਅਸੀਂ ਧਰਮ ਬਾਰੇ ਜਾਂ ਆਪਣੇ ਬਾਕੀ ਜਿਹੜੇ ਨਿਤਨੇਮ ਨੇ ਜਾਂ ਜਿਹੜੇ ਉਹਦੇ ਵਿੱਚ ਸਿਧਾਂਤ ਨੇ, ਜੋ ਬੇਸਿਕ ਪ੍ਰਿੰਸੀਪਲ ਨੇ, ਉਹਨਾਂ ਤੋਂ ਨਹੀਂ ਅਸੀਂ ਜਾਣੂ ਤਾਂ ਅਸੀਂ ਕੀ ਕਰਦੇ ਹਾਂ? ਕਾਹਦੇ ਲਈ ਸੈਂਸਰ ਬੋਰਡ ਬਣਾਇਆ ਗਿਆ? ਉਹਨਾਂ ਨੂੰ ਪਤਾ ਹੈਗਾ ਕਿ ਬਹੁਤ ਵੱਡੀ ਤੋਂ ਕਈ ਕੁਝ ਹੋ ਸਕਦਾ। ਬਿਲਕੁਲ ਸੂਝਵਾਨ ਬਣੋ। ਔਰ ਜਦੋਂ ਵੀ ਕੋਈ ਧਾਰਮਿਕ ਫਿਲਮ ਬਣਾਉਣੀ ਹੈ, ਔਰ ਜੋ ਬਾਕੀ ਇੰਟੈਲੈਕਚੁਅਲਸ ਬੈਠੇ ਨੇ, ਸਕਾਲਰ ਬੈਠੇ ਨੇ ਉਸ ਧਰਮ ਦੇ, ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਫੈਸਲਾ ਲਵੋ। ਕਿਉਂਕਿ ਇਹ ਗਲਤੀਆਂ ਜਿਹੜੀਆਂ ਹੋ ਜਾਂਦੀਆਂ ਨੇ, ਇਹਨਾਂ ਗਲਤੀਆਂ ਦਾ ਹੁਣ ਸੁਧਾਰ ਕੀਤਾ ਜਾਵੇ। ਕਿਉਂਕਿ ਸਾਡੇ ਭਾਰਤ ਦੇ ਵਿੱਚ ਅਸੀਂ ਲੈ ਕੇ ਚੱਲਦੇ ਹਾਂ ਸੰਵਿਧਾਨ ਦੇ ਮੁਤਾਬਿਕ ਹਰ ਧਰਮ ਦੀ ਇੱਜ਼ਤ ਕਰਨੀ ਹੈ। ਸੋ ਬਲਕਾਰ ਜੀ, ਇੱਥੇ ਆਪਣੇ ਸਾਰੇ ਮਸਲੇ ਆਪਾਂ ਸਾਰੇ ਡਿਸਕਸ ਕਰ ਲਏ ਨੇ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ। ਚਲੋ ਬਲਕਾਰ ਜੀ, ਸਤਿ ਸ੍ਰੀ ਅਕਾਲ।